ਇਹ ਇੰਡਸਟਰੀ 'ਚ ਜੀ ਚਾਹੇ ਕੋਈ 1 ਸਾਲਾਂ ਦਾ ਆਇਆ ਹੋਇਆ, ਚਾਹੇ ਉਹ 20 ਸਾਲਾਂ ਦਾ ਤਜਰਬਾ ਲਈ ਬੈਠਾ, ਕਿਸੇ ਨੂੰ ਕੁਛ ਨਹੀਂ ਪਤਾ ਕੱਲ੍ਹ ਕਿੱਥੇ ਖੜੀ ਹੈ ਜੀ। ਮਾਰਕੀਟ ਹੌਟ ਹੋ ਚੁੱਕੀ ਹੈ ਜੀ, ਉਹਦੇ 'ਤੇ ਠੰਡਾ ਪਾਣੀ ਪਾਇਆ ਜਾ ਰਿਹਾ ਆ ਅਤੇ ਉਹ ਠੰਡਾ ਪਾਣੀ ਉਹ ਹੌਟ ਮਾਰਕੀਟ ਦੀ ਸਟੀਮ ਵਧਾ ਰਿਹਾ। ਕਹਿੰਦੇ ਨਾ ਅੱਗ ਨਾਲੋਂ ਬਾਅਦ ਜਿਹੜਾ ਨੁਕਸਾਨ ਜ਼ਿਆਦਾ ਕਰਦੀ ਹੁੰਦੀ ਉਹ ਸਟੀਮ ਕਰਦੀ ਹੁੰਦੀ ਹੈ ਜੀ। ਉਹ ਕਹਿੰਦੇ ਕਿ ਜੇ ਮੈਂ ਨਵਾਂ ਇਮੀਗ੍ਰੈਂਟ ਹਾਂ ਅਤੇ ਮੈਂ ਘਰ ਬਾਏ ਕਰਨਾ ਚਾਹੁੰਦਾ ਅਤੇ ਮੇਰੇ ਕੋਲ 20% ਡਾਊਨ ਪੇਮੈਂਟ ਨਹੀਂ ਹੈਗੀ ਤਾਂ ਮੈਂ ਕੀ ਕਰ ਸਕਦਾ? ਆਪਾਂ ਬਹੁਤ ਐਡ ਸੁਣਦੇ ਹਾਂ ਜਾਂ ਬਹੁਤ ਕਿਸੇ ਤੋਂ ਸੁਣਦੇ ਹਾਂ ਜੀ 5% 'ਤੇ ਘਰ ਮਿਲ ਜਾਂਦਾ, ਦਿਸ ਐਂਡ ਦੈਟ, ਪਰ ਜਾਂ ਉਹ ਦੱਸਣਾ ਨਹੀਂ ਚਾਹੁੰਦੇ ਜਾਂ ਦੱਸਣਾ ਭੁੱਲ ਜਾਂਦੇ ਵੀ ਨਾਲ ਤੁਹਾਨੂੰ ਲੱਖਾਂ ਦੇ ਵਿੱਚ ਇਨਕਮ ਵੀ ਚਾਹੀਦੀ ਆ ਜੀ। ਜਿਹੜਾ ਤਾਂ ਕੁਆਲੀਫਾਈ ਕਰਦਾ ਉਹ ਤਾਂ ਅੱਜ ਘਰ ਲੈ ਲਵੇ ਚਾਹੇ ਲੈ ਲਵੇ ਕੱਲ੍ਹ, ਦੇ ਡੋਂਟ ਹੈਵ ਐਨੀ ਇਸ਼ੂ ਜਿਹੜਾ ਕੁਆਲੀਫਾਈ ਕਰਦਾ। ਹੁਣ ਪ੍ਰੋਬਲਮ ਇਹ ਆ ਜੀ ਇਹਦੇ ਵਿੱਚ ਜੇ 10 ਜਾਣੇ ਖੜੇ ਕਰੀਏ ਤਾਂ 9 ਜਾਣੇ ਉਹ 'ਚ ਕੁਆਲੀਫਾਈ ਨਹੀਂ ਕਰਦੇ ਅਤੇ ਉਹ ਕੁਆਲੀਫਾਈ ਕਿਹੜੇ ਨਹੀਂ ਕਰਦੇ ਜਿਨ੍ਹਾਂ ਨੇ 1 ਤੋਂ ਜਾਂ 2 ਤੋਂ ਵੱਧ ਪ੍ਰੋਪਰਟੀਜ਼ ਲਈਆਂ ਹੋਈਆਂ ਨੇ। ਅਤੇ ਜਦੋਂ ਤੁਸੀਂ 2 ਤੋਂ ਵੱਧ ਜਾਂ 3, 4, 5 ਪ੍ਰੋਪਰਟੀਆਂ 'ਚ ਆ ਜਾਂਦੀਆਂ ਤਾਂ ਤੁਹਾਡੀ ਜਿਹੜੀ ਫਾਈਲ ਆ ਜੀ ਉਹ ਪਰਚੇਜ਼ ਫਾਈਲ ਨਹੀਂ ਗਿਣੀ ਜਾਂਦੀ, ਯੂਅਰ ਪੋਰਟਫੋਲੀਓ ਫਾਈਲ। ਦੋਸਤੋ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਰੋਟੀ, ਕੱਪੜਾ ਅਤੇ ਮਕਾਨ ਇਹ ਬੰਦੇ ਦੀਆਂ 3 ਮੁੱਢਲੀਆਂ ਜ਼ਰੂਰਤਾਂ ਅਤੇ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੁਪਨਾ ਕਿਸੇ ਦਾ ਵੀ ਹੁੰਦਾ ਉਹ ਹੁੰਦਾ ਮਕਾਨ। ਅਤੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਮਕਾਨ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੁਹਿੰਮ ਹੁੰਦਾ ਅਤੇ ਇਹ ਇੱਕ ਇਸ ਤਰ੍ਹਾਂ ਦਾ ਵਿਸ਼ਾ ਹੈ ਜਿਹਦੇ ਬਾਰੇ 'ਚ ਜਿੰਨੀ ਜਾਣਕਾਰੀ ਹੋਵੇ ਓਨੇ ਹੀ ਅਸੀਂ ਜ਼ਿਆਦਾ ਸੁਰੱਖਿਅਤ, ਓਨੇ ਹੀ ਅਸੀਂ ਜ਼ਿਆਦਾ ਕਾਮਯਾਬ ਹੁੰਦੇ ਹਾਂ ਇਸ ਸੁਪਨੇ ਨੂੰ ਸਿਰੇ ਚਾੜਨ ਵਾਸਤੇ। ਅਤੇ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਪਾਰਟ ਮੈਂ ਸਮਝਦਾ, ਮਕਾਨ ਸਿਲੈਕਟ ਕਰ ਲਿਆ, ਮਕਾਨ ਨੂੰ ਕਲੋਜ਼ ਕਰਨਾ, ਲੇਕਿਨ ਉਹਦੇ ਵਿਚਾਲੇ ਇੱਕ ਵੱਡੀ ਕੜੀ ਹੁੰਦੀ ਹੈ ਜੀ ਮੌਰਟਗੇਜ। ਮੌਰਟਗੇਜ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਬਾਰੇ 'ਚ ਸਾਨੂੰ ਸਲਾਹ ਲੈਣ ਲਈ ਇੱਕ ਪ੍ਰੋਫੈਸ਼ਨਲ ਦੀ ਲੋੜ ਪੈਂਦੀ ਹੈ। ਅਤੇ ਦੋਸਤੋ, ਆਪਣੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਵਾਸਤੇ ਅੱਜ ਮੇਰੇ ਨਾਲ ਮੌਰਟਗੇਜ ਦੇ ਨਾਲ ਸੰਬੰਧਿਤ ਮੌਰਟਗੇਜ ਬ੍ਰੋਕਰ ਜੋ ਕਿ ਇਸ ਵਿਸ਼ੇ ਦੇ ਮਾਹਰ ਨੇ ਉਹ ਜੁੜ ਰਹੇ ਨੇ ਦ ਮੌਰਟਗੇਜ ਸੈਂਟਰ ਤੋਂ ਲਖਵੀਰ ਲਾਲ। ਆਓ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਵਾਗਤ ਕਰੀਏ ਅਤੇ ਸ਼ੋਅ ਦੇ ਵਿੱਚ ਸ਼ਾਮਲ ਕਰੀਏ। ਜੀ ਲਖਵੀਰ ਜੀ, ਸਵਾਗਤ ਤੁਹਾਡਾ। ਥੈਂਕ ਯੂ ਜਤਿੰਦਰ ਭਾਜੀ, ਥੈਂਕ ਯੂ ਫॉर ਆਲ ਲਿਸਨਰਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜੀ, ਸੋ ਲਖਵੀਰ ਜੀ, ਜਿਹੜਾ ਆਪਾਂ ਕਹੀਏ ਕਿ ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਹੈ, ਜਿਹੜੀ ਇਹ ਘਰਾਂ ਦੀ ਮਾਰਕੀਟ ਹੈ, ਇਹ ਹਮੇਸ਼ਾ ਇੱਕ ਲਗਾਤਾਰ ਬਦਲਦਾ ਹੋਇਆ ਈਕੋਸਿਸਟਮ ਹੈ। ਹਾਂਜੀ। ਸਰਕਾਰ ਦੀਆਂ ਪਾਲਿਸੀਜ਼ ਆ ਜਾਂਦੀਆਂ, ਮਾਰਕੀਟ ਉੱਪਰ ਥੱਲੇ ਹੋ ਜਾਂਦੀ ਹੈ, ਪੈਸੇ ਦੀ ਕੀਮਤ ਵੀ ਵੱਧ ਘੱਟ ਜਾਂਦੀ ਹੈ, ਲੋਕਾਂ ਦੀ ਪਹੁੰਚ ਵੱਧ ਘੱਟ ਜਾਂਦੀ ਹੈ। ਹਾਂਜੀ। ਇਹ ਸਾਰੇ ਨੂੰ ਵੇਖਦੇ ਹੋਏ ਜੇ ਆਪਾਂ ਕਹੀਏ ਕੱਲ੍ਹ ਨਾਲੋਂ ਅੱਜ ਨਾਲੋਂ ਪਰਸੋਂ ਨੂੰ ਫਰਕ ਪੈ ਜਾਂਦਾ। ਜੇ ਮੌਜੂਦਾ ਸਮੇਂ ਦੀ ਗੱਲ ਕਰੀਏ, ਮੌਜੂਦਾ ਸਮੇਂ ਦੇ ਵਿੱਚ ਕਰੰਟ ਸਿਨਾਰੀਓ ਦੇ ਵਿੱਚ ਤੁਸੀਂ ਇਸ ਮਾਰਕੀਟ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ, ਕੀ ਚੈਲੰਜਸ ਵੇਖਦੇ ਹੋ? ਇਸ ਟਾਈਮ ਜਤਿੰਦਰ ਭਾਜੀ ਮਾਰਕੀਟ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ 'ਚ ਚੱਲ ਰਹੀ ਹੈ, ਕਿਉਂਕਿ ਸਭ ਨੂੰ ਪਤਾ ਵੀ ਇਸ ਟਾਈਮ ਜਿਹੜਾ ਆਪਣਾ ਮੌਰਟਗੇਜ ਦੇ ਨਾਲ ਰਿਲੇਟਿਡ ਪ੍ਰਾਈਮ ਰੇਟ ਆ ਜੀ ਉਹੀ 6.95 'ਤੇ ਆ ਅਤੇ ਜੁਲਾਈ 12 ਨੂੰ ਨਦਰ ਮੀਟਿੰਗ ਆ, ਸੋ ਵੀ ਡੋਂਟ ਨੋ ਵੀ ਉਦੋਂ ਕੀ ਹੋਣਾ ਆ। ਨੋਬਡੀ ਹੈਜ਼ ਆਨਸਰ। ਠੀਕ ਹੈ ਜੀ, ਪਰ ਜ਼ਿਆਦਾਤਰ ਡਰ ਇਹੀ ਲੱਗ ਰਿਹਾ ਕਿ ਵਧੇਗਾ ਜੀ, ਕਿਉਂਕਿ ਅਪ੍ਰੈਲ ਦੇ ਵਿੱਚ ਜੀ ਇਨਫਲੇਸ਼ਨ ਹਾਈ ਆਈ ਸੀ, ਸੋ ਉਹਦਾ ਰਿਜ਼ਲਟ ਹੋਇਆ ਜੂਨ ਦੇ ਵਿੱਚ ਇਨਕਰੀਜ਼ ਹੋਇਆ। ਸੋ ਜੁਲਾਈ ਦੇ ਵਿੱਚ ਵੀ ਚਾਂਸਿਸ ਹੈ ਵੀ ਇਨਕਰੀਜ਼ ਹੋ ਸਕਦਾ, ਪਰ ਜੁਲਾਈ ਤੋਂ ਪਹਿਲਾਂ ਜੀ ਜੁਲਾਈ 7 ਨੂੰ ਮੀਟਿੰਗ ਲਾਈਕ ਰਿਪੋਰਟ ਆਉਣੀ ਆ ਜੀ ਜੋਬ ਨਾਲ ਰਿਲੇਟਡ। ਸੋ ਕਹਿ ਲਓ ਵੀ ਉਹਦੇ 'ਤੇ ਡਿਪੈਂਡ ਹੈਗਾ ਆ, ਰਾਈਟ। ਅਤੇ ਬਾਕੀ ਕਹਿੰਦੇ ਨਾ ਜੀ ਇੱਕ ਬੈਂਕ ਆਫ ਕੈਨੇਡਾ ਲਾਈਕ ਕੋਈ ਵੀ ਮੈਨੂੰ ਕਲਾਇੰਟ, ਮੋਸਟਲੀ ਸਾਰੇ ਕਲਾਇੰਟ ਕਾਲ ਕਰਦੇ ਆ ਜੀ ਕੀ ਹੋਣਾ, ਕਿਵੇਂ ਹੋਣਾ। ਇਹ ਇੰਡਸਟਰੀ 'ਚ ਜੀ ਚਾਹੇ ਕੋਈ 1 ਸਾਲਾਂ ਦਾ ਆਇਆ ਹੋਇਆ, ਚਾਹੇ ਉਹ 20 ਸਾਲਾਂ ਦਾ ਤਜਰਬਾ ਲਈ ਬੈਠਾ, ਕਿਸੇ ਨੂੰ ਕੁਛ ਨਹੀਂ ਪਤਾ ਕੱਲ੍ਹ ਕਿੱਥੇ ਖੜੀ ਹੈ ਜੀ। ਰਾਈਟ। ਕਿਉਂਕਿ ਮਾਰਕੀਟ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਕੰਟਰੋਲ ਹੋ ਨਹੀਂ ਰਹੀ ਹੈਗੀ। ਕਹਿੰਦੇ ਆ ਨਾ ਕਿ ਮਾਰਕੀਟ ਹੌਟ ਹੋ ਚੁੱਕੀ ਹੈ ਜੀ, ਉਹਦੇ 'ਤੇ ਠੰਡਾ ਪਾਣੀ ਪਾਇਆ ਜਾ ਰਿਹਾ ਆ ਅਤੇ ਉਹ ਠੰਡਾ ਪਾਣੀ ਉਹ ਹੌਟ ਮਾਰਕੀਟ ਦੀ ਸਟੀਮ ਵਧਾ ਰਿਹਾ। ਕਹਿੰਦੇ ਨਾ ਅੱਗ ਨਾਲੋਂ ਬਾਅਦ ਜਿਹੜਾ ਨੁਕਸਾਨ ਜ਼ਿਆਦਾ ਕਰਦੀ ਹੁੰਦੀ ਉਹ ਸਟੀਮ ਕਰਦੀ ਹੁੰਦੀ ਹੈ ਜੀ। ਸੋ ਉਹ ਸਟੀਮ ਨੁਕਸਾਨ ਕਰ ਰਹੀ ਆ, ਕਿਉਂਕਿ ਪਹਿਲਾਂ ਸਭ ਨੇ ਬਿਨਾਂ ਸੋਚੇ ਸਮਝੇ ਘਰ ਬੁੱਕ ਕਰਾ ਲਏ ਜਾਂ ਕਹਿ ਲਓ ਕੁਛ ਵੀ, ਕਿਉਂਕਿ ਚਲੋ ਮੈਂ ਇਹ ਕਹਿੰਦੀ ਨੋਰਮਲ ਪਬਲਿਕ ਨੂੰ ਨਹੀਂ ਪਤਾ ਸੀਗਾ ਜੀ ਕੀ ਹੋਣਾ, ਰਾਈਟ। ਬਟ ਉਹ ਨੁਕਸਾਨ ਇਸ ਟਾਈਮ ਵਰਸ ਹੋ ਰਿਹਾ ਜੀ। ਐਵਰੀਬਡੀ ਇਜ਼ ਫੇਸਿੰਗ ਵੈਰੀ ਕ੍ਰਿਟੀਕਲ ਸਿਚੁਏਸ਼ਨਸ ਅਤੇ ਮੋਸਟਲੀ ਜਿਹੜੀਆਂ ਇਸ ਟਾਈਮ ਜੀ ਮੌਰਟਗੇਜਾਂ ਨੇਗੀਆਂ ਉਹ ਪ੍ਰਾਈਵੇਟ ਵੱਲ ਨੂੰ ਜਾਂ ਕਹਿ ਲਓ ਲੈਂਡਰ ਸੀ ਵੱਲ ਨੂੰ ਮੂਵ ਆਊਟ ਕਰ ਰਹੀਆਂ ਨੇ, ਕਿਉਂਕਿ ਬੰਦਾ ਕੁਆਲੀਫਾਈ ਨਹੀਂ ਕਰ ਰਿਹਾ, ਕਿਉਂਕਿ ਕੁਆਲੀਫਿਕੇਸ਼ਨ ਰੇਟ ਇਜ਼ ਵੈਰੀ ਹਾਈ ਜੀ। ਠੀਕ ਹੈ ਜੀ। ਫਿਰ ਅੱਗੇ ਆ ਜੀ ਚੈਲੰਜਸ ਹੁਣ ਆ ਰਹੇ ਨੇ ਜਿਨ੍ਹਾਂ ਦੀ ਰਿਨਿਊਵਲਸ ਆਉਣੀਆਂ ਨੇ, ਕਿਉਂਕਿ ਪਹਿਲਾਂ ਉਹਨਾਂ ਨੂੰ ਸ਼ਾਇਦ ਇੰਟਰਸਟ ਸੋਹਣਾ ਮਿਲਿਆ ਹੋਇਆ ਸੀ, ਪਰ ਹੁਣ ਰਿਨਿਊਵਲ ਆ ਰਹੀਆਂ। ਰਿਨਿਊਵਲ ਤਾਂ ਐਗਜ਼ਿਸਟਿੰਗ ਰੇਟ 'ਤੇ ਹੀ ਹੋਣਾ ਆ ਜੀ। ਕਹਿੰਦੇ ਹੁੰਦੇ ਨਾ ਕਿਸੇ ਦੀ ਗਲਤੀ ਉਹ ਸਾਰਿਆਂ ਨੂੰ ਹੁਣ ਇਸ ਟਾਈਮ ਭਾਰੀ ਪੈ ਰਹੀ ਆ। ਸੋ ਮਾਰਕੀਟ ਇਸ ਟਾਈਮ ਜੀ ਬਹੁਤ ਕ੍ਰਿਟੀਕਲ ਆ। ਸੋ ਤੁਸੀਂ ਇਸ ਟਾਈਮ ਦੇ ਉੱਤੇ ਕਈ ਮੈਨੂੰ ਜਿਹੜੇ ਹੈਗੇ ਪੁਆਇੰਟਰ ਦੇ ਦਿੱਤੇ ਆ ਜੀ ਕਿ ਮਾਰਕੀਟ ਦੀ ਜਿਹੜੀ ਸਥਿਤੀ ਆ ਉਹਦੇ ਵਿੱਚ ਤੁਸੀਂ ਜਿਹੜਾ ਵੇਰੀਏਬਲ ਇੰਟਰਸਟ ਰੇਟ ਦੀ ਜਿਹੜੀ ਹੁਣ ਅੱਗੇ ਬਦਲੀ ਹੋਣਾ ਉਹਦੇ ਬਾਰੇ 'ਚ ਵੀ ਗੱਲ ਕੀਤੀ ਹੈ ਅਤੇ ਜਿਹੜਾ ਹੈਗਾ ਸ਼ਿਫਟ ਹੋ ਰਿਹਾ ਉਹਦੇ ਆਪਾਂ ਹੁਣ ਇਹਨਾਂ ਦੀਆਂ ਪਰਤਾਂ ਨੂੰ ਖੋਲਾਂਗੇ। ਤਾਂ ਜਿਵੇਂ ਆਪਣੇ ਨਾਲ ਦੋਸਤਾਂ ਦੇ ਸਵਾਲ ਆਉਣਗੇ ਉਹ ਵੀ ਆਪਾਂ ਨਾਲ ਲੈਣੇ ਆ ਜੀ। ਅਤੇ ਮੇਰਾ ਅਗਲਾ ਸਵਾਲ ਤੁਹਾਡੇ ਨਾਲ ਮੈਂ ਇੱਥੋਂ ਸ਼ੁਰੂ ਕਰਨਾ ਚਾਹੂੰਗਾ ਕਿ
ਇੱਕ ਤਾਂ ਹੁੰਦਾ ਜੀ ਜਿਹੜਾ ਪ੍ਰਾਈਮ ਏਰੀਆ ਹੈਗਾ, GTA ਹੋ ਗਿਆ, ਬਰੈਂਪਟਨ ਦਾ ਏਰੀਆ ਹੋ ਗਿਆ, ਆਪਣਾ ਸਾਰਾ ਪੀਲ ਹੋ ਗਿਆ, ਜਿੱਥੋਂ ਤੱਕ ਮਤਲਬ ਜਿਹਨੂੰ ਕਹ ਲਓ ਹੌਟ ਮਾਰਕੀਟ ਹੈ। ਹਾਂਜੀ। ਇੱਕ ਥੋੜ੍ਹਾ ਜਿਹਾ ਆਪਾਂ ਦੂਰ ਦਰਾਡੇ ਦੇ ਏਰੀਏ, ਕਈ ਵਾਰ ਬੰਦਾ ਬੁੱਕ ਕਰ ਲੈਂਦਾ ਵੀ ਆਪਾਂ ਜੀ ਚਲੋ ਥੋੜ੍ਹਾ ਜਿਹਾ ਦੂਰ ਚਲੇ ਜਾਂਦੇ ਹਾਂ, ਸਸਤਾ ਪੈ ਜਾਊਗਾ ਜਾਂ ਕੁਛ ਇਸ ਤਰ੍ਹਾਂ ਦਾ। ਨਾਇਆਗਰਾ ਹੋ ਗਿਆ, ਵੈਲੈਂਡ ਹੋ ਗਿਆ, ਜਾਂ ਕਿਸੇ ਹੋਰ ਪਾਸਿਆਂ ਨੂੰ ਆਸੇ-ਪਾਸੇ ਕੈਲਡਨ 'ਚ ਚਲੇ ਗਏ। ਹਾਂਜੀ। ਜਿਹੜੇ ਇਧਰਲੇ ਪਾਸੇ ਨੂੰ ਪ੍ਰੋਪਰਟੀਜ਼ ਹੁੰਦੀਆਂ ਉੱਥੇ ਵੀ ਸਿਨਾਰੀਓ ਕੁਛ ਇਸ ਤਰ੍ਹਾਂ ਦਾ ਹੀ ਰਹਿੰਦਾ ਜਾਂ ਉੱਥੇ ਡਿਫਰੈਂਟ ਹੁੰਦਾ ਜੀ? ਨਹੀਂ ਭਾਜੀ, ਮੈਂ ਥੋੜ੍ਹਾ ਜਿਹਾ ਇੱਥੇ ਕਰਨਾ ਚਾਹੂੰਗੀ। ਜਦੋਂ ਆਪਾਂ ਮੌਰਗੇਜ ਲੈਂਦੇ ਹਾਂ ਭਾਜੀ, ਇਹਦੇ ਵਿੱਚ ਇੱਕ ਕੰਸੈਪਟ ਹੁੰਦਾ CID, ਕ੍ਰੈਡਿਟ ਇਨਕਮ ਡਾਊਨ ਪੇਮੈਂਟ, ਠੀਕ ਹੈ ਜੀ। ਬਟ ਇਹਦੇ ਵਿੱਚ ਇੱਕ ਮੇਜਰ ਫੈਕਟਰ ਹੈ ਜੀ ਇਨ ਦੀਜ਼ ਡੇਜ਼ ਸਪੈਸ਼ਲੀ, ਇਟਸ ਅ ਲੋਕੇਸ਼ਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਹੁਣ ਜੇ ਇਹੀ ਪ੍ਰੋਪਰਟੀ ਕਿਸੇ ਨੇ GTA 'ਚ ਲਈ ਹੈ ਜੀ, ਤਾਂ ਮੋਸਟਲੀ ਲੈਂਡਰ ਬਹੁਤ ਖੁਸ਼ ਹੋ ਕੇ ਲੈਂਡਿੰਗ ਕਰ ਦਿੰਦੇ। ਉਹ ਕਹਿੰਦੇ ਵੀ 20% ਲਿਆਓ ਜਾਂ ਲੈਸ ਦੈਨ 20% ਲਿਆਓ, ਡਿਪੈਂਡ ਅਪਨ ਦਾ ਪਰਸਨਸ ਇੰਡੀਵਿਜੂਅਲ ਦਾ ਜੋ ਵੀ ਸਿਨੈਰੀਓ ਆ, ਤੇ ਉਹ ਲੈਂਡਿੰਗ ਹੋ ਜਾਂਦੀ ਆ। ਹੁਣ ਇਹੀ ਪ੍ਰੋਪਰਟੀ ਜੀ ਜੇ ਕੋਈ ਆ ਰਿਹਾ ਜੀ, ਨਹੀਂ ਜੀ ਮੈਂ ਪ੍ਰੋਪਰਟੀ ਵੁੱਡਸਟਾਕ 'ਚ ਲਈ ਆ, ਨਹੀਂ ਜੀ ਮੈਂ ਪ੍ਰੋਪਰਟੀ ਲੰਡਨ 'ਚ ਲਈ ਆ, ਜਾਂ ਮੈਂ ਨੈਗਰਾ ਦੇ ਵਿੱਚ ਲਈ ਆ, ਜਾਂ ਮੈਂ ਬਰੰਟਫੋਰਡ ਦੇ ਵਿੱਚ ਲਈ ਆ, ਰਾਈਟ। ਸੋ ਉੱਥੇ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ, ਆਪਾਂ ਅਸਿਊਮ ਨਹੀਂ ਕਰ ਸਕਦੇ ਕਿ ਹਾਂ ਜੇ ਅਸੀਂ ਸੋਚਿਆ ਸੀਗਾ ਜੀ 20% ਡਾਊਨ ਪੇਮੈਂਟ ਨਾ ਹੋ ਜੂਗੀ, ਨੋ। ਠੀਕ ਹੈ, ਅੱਜ ਹੋ ਸਕਦਾ ਲੈਂਡਰ ਨੇ ਕੀਤਾ ਜੀ, ਠੀਕ ਹੈ ਜੀ ਲਖਵੀਰ ਨੈਗਰਾ ਤੇ ਅਸੀਂ 80% 'ਤੇ ਕਰਾਤੀ। ਅਗਰ ਜੇ ਮੈਂ ਕਹਾ ਮਹੀਨੇ ਬਾਅਦ, ਜੇ ਮੈਂ ਕਹਾ ਨਹੀਂ ਜੀ ਕੋਈ ਗੱਲ ਨਹੀਂ 20% ਹੀ ਹੋ ਜੂਗੀ, ਨੋ, ਆਈ ਨੀਡ ਟੂ ਆਸਕ ਦ ਲੈਂਡਰ ਫਸਟ ਵੀ ਆਰ ਦੇ ਕੰਫਰਟੇਬਲ ਫॉर ਦ ਲੋਕੇਸ਼ਨ, ਕਿਉਂਕਿ ਉਹ GTA ਤੋਂ ਬਾਹਰ ਹੋ ਗਈ। ਹੁਣ ਦੇਖੋ ਜੀ ਮਾਰਕੀਟ ਜੋ ਵੀ ਆ, ਕ੍ਰੇਜ਼ੀ ਆ ਜੋ ਵੀ ਆ ਮਾਰਕੀਟ, ਪਰ ਇਹ ਮਾਰਕੀਟ ਨੇ ਕਿਤੇ ਨਾ ਕਿਤੇ ਜਾ ਕੇ ਐਡਜਸਟ ਹੋਣਾ ਹੈ। ਅਤੇ ਲੈਂਡਰ ਜਦੋਂ ਤੁਹਾਨੂੰ ਲੈਂਡ ਕਰਦਾ ਆ ਜੀ, ਉਹ ਮਾਰਕੀਟ ਦੇ ਵਿੱਚ ਲੈਂਡ ਜਿਹੜਾ ਕਰਦਾ ਉਹ ਤੁਹਾਡੀ ਪ੍ਰੋਪਰਟੀ 'ਤੇ ਲੈਂਡ ਕਰਦਾ। ਉਹ ਕਹਿੰਦੇ ਕੱਲ੍ਹ ਨੂੰ ਖੁਦਾ ਨਾ ਖਾਸਤਾ ਅਗਰ ਇਹ ਕਲਾਇੰਟ ਡਿਫਾਲਟ ਹੋ ਗਿਆ, ਕਿ ਅਸੀਂ ਜਿਹੜੀ ਲੈਂਡਿੰਗ ਕਰ ਰਹੇ ਹਾਂ ਉੱਥੋਂ ਸਾਨੂੰ ਉਨੀ ਆਊਟਕਮ ਮਿਲ ਜਾਏਗੀ ਜੀ, ਠੀਕ ਹੈ ਨਾ। ਕਿਉਂਕਿ ਜੇ ਕੋਈ ਡਿਫਾਲਟ ਹੁੰਦਾ ਜੀ, ਇਕੱਲਾ ਇਹ ਨਹੀਂ ਹੁੰਦਾ, ਮੌਰਗੇਜ ਦਾ ਖਰਚਾ ਨਹੀਂ ਹੁੰਦਾ, ਲਾਇਰ ਦਾ ਖਰਚਾ ਹੁੰਦਾ, ਫਿਰ ਰੀਅਲ ਸਟੇਟ ਦਾ ਅਗਰ ਉਹਨਾਂ ਨੇ ਪ੍ਰੋਪਰਟੀ ਪਾਵਰ ਆਫ ਸੇਲ 'ਤੇ ਲਾਣੀ ਆ, ਆਲ ਦੈਟ ਥਿੰਗਸ ਮੈਟਰ। ਸੋ ਲੋਕੇਸ਼ਨ ਇਜ਼ ਮਸਟ ਜੀ। ਹੁਣ ਕਈ ਵਾਰੀ ਆਪਾਂ ਕਹਿੰਦੇ ਆ ਜੀ ਚਲੋ ਜੀ ਸ਼ਾਇਦ ਸਸਤੀ ਮਿਲਦੀ ਆ ਪ੍ਰੋਪਰਟੀ, ਬੁੱਕ ਕਰਾ ਲਓ ਜੀ, ਅਪਰੀਸ਼ੀਏਟ ਹੋ ਜੂਗੀ, ਦਿਸ ਐਂਡ ਦੈਟ। ਇਹ ਸਿਨੈਰੀਓ ਜੀ ਹਰੇਕ ਲਈ ਵਰਕ ਨਹੀਂ ਕਰਦਾ। ਓਕੇ। ਅਤੇ ਫਿਰ ਸਾਰਿਆਂ ਨੂੰ ਵੱਡੀ ਗੱਲ ਜੀ, ਜੇ ਕਿਸੇ ਨੇ ਪ੍ਰੋਪਰਟੀ ਬਰੈਂਪਟਨ 'ਚ ਕਰਾਈ ਆ, ਜੇ ਉਹ ਬਰੈਂਪਟਨ ਦੇ ਵਿੱਚ 1 ਲੱਖ ਗਿਰੀ ਆ, ਤਾਂ ਜੀ ਉਹ ਬਾਹਰਲੀਆਂ ਸਿਟੀਆਂ ਦੇ ਵਿੱਚ 2 ਲੱਖ 2.5 ਲੱਖ ਗਿਰੂਗੀ। ਸੋ ਅਪਰੇਜ਼ਲ ਇਜ਼ ਅ ਕੁਐਸਚਨ ਦੇਅਰ ਦੈਨ, ਜੋ ਕਿ ਮੋਸਟ ਆਫ ਦ ਕਲਾਇੰਟਸ ਇਸ ਟਾਈਮ ਅਪਰੇਜ਼ਲ ਫੇਸ ਕਰ ਰਹੇ ਆ। ਕਿਉਂਕਿ ਉਦੋਂ ਤਾਂ ਕਿਸੇ ਨੇ ਜਿਵੇਂ ਕਹਿ ਲਓ ਸਾਲ ਜਾਂ 2 ਸਾਲ ਪਹਿਲਾਂ ਕਹਿ ਲਏ ਸੋਲੂਸ਼ਨਸ ਲੈ ਲਏ, ਬਟ ਉਹ ਹੁਣ ਅੱਜ ਜਦੋਂ ਰੀਨਿਊਵਲ 'ਤੇ ਖੜੇ ਆ ਜੀ, ਲੈਂਡਰ ਕਹਿੰਦਾ ਜੀ ਨਹੀਂ ਜੀ ਅਸੀਂ ਰੀਨਿਊ ਨਹੀਂ ਕਰਨੀ ਹੈਗੀ, ਕਿਉਂਕਿ ਲੈਂਡਰ ਹੈਜ਼ ਅ ਰਾਈਟ, ਠੀਕ ਹੈ ਜੀ। ਅਤੇ ਹੁਣ ਉਹ ਰੀਨਿਊ ਕਰਨ ਲਈ ਜੇ ਤੁਸੀਂ ਕਿਸੇ ਹੋਰ ਲੈਂਡਰ ਕੋਲ ਜਾਂਦੇ ਹੋ, ਜਾਣ ਦੀ ਆਪਸ਼ਨ ਨਹੀਂ ਵੱਧਦੀ, ਕਿਉਂਕਿ ਤੁਹਾਡੀ ਅਪਰੇਜ਼ਲ ਘੱਟ ਆ ਗਈ ਜੀ। ਸੋ ਅਪਰੇਜ਼ਲ ਹੀ ਨਹੀਂ ਹੈਗੀ, ਉਹਦੇ ਵਿੱਚ ਵਧਿਆ ਨਹੀਂ, ਉਹ ਵੈਲਿਊ ਹੀ ਨਹੀਂ ਹੈਗੀ, ਤਾਂ ਫਿਰ ਤੁਸੀਂ ਉਹ ਲੈਂਡਰ ਤੋਂ ਨਿਕਲੋਗੇ ਕਿਵੇਂ ਬਾਹਰ ਜੀ। ਸੋ ਦੀਜ਼ ਕਾਈਂਡਸ ਆਫ ਦ ਸਿਚੁਏਸ਼ਨ ਕਲਾਇੰਟਸ ਆਰ ਫੇਸਿੰਗ। ਅੱਛਾ, ਤੁਸੀਂ ਜਿਵੇਂ 20% ਤੱਕ ਦੀ ਗੱਲ ਕਹੀ ਹੈ, ਇੱਕ ਕਿਉਂਕਿ ਮੈਂ ਵੀ ਇਸ ਮਾਮਲੇ ਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਜਿਹੜੀਆਂ ਹੈਗੀਆਂ ਮੈਨੂੰ ਸਿੱਖਣ ਨੂੰ ਮਿਲਦੀਆਂ ਜਦੋਂ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ। ਇੱਕ 100% ਫਾਈਨੈਂਸ ਦੀ ਆਪਸ਼ਨ ਦੀ ਵੀ ਗੱਲ ਚੱਲਦੀ ਹੁੰਦੀ ਹੈ ਕਿ 100% ਫਾਈਨੈਂਸ ਦੀ ਆਪਸ਼ਨ ਕਈ ਵਾਰ ਆਪਾਂ ਸੁਣਦੇ ਹਾਂ ਕਿ ਅਵੇਲੇਬਲ ਹੈ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ, ਇਹ ਕਿਵੇਂ ਹੈ? ਉਹਦੇ ਵਿੱਚ ਇਹ ਆਉਂਦਾ ਭਾਜੀ, ਕਹਿੰਦੇ ਹੁੰਦੇ ਨਾ ਜਦੋਂ ਆਪਾਂ ਸੁਣਦੇ ਹਾਂ, ਸੁਣਨ ਨੂੰ ਗੱਲ ਹੋਰ ਹੁੰਦੀ ਆ, ਪਰ ਜਦੋਂ ਤੁਸੀਂ ਕਾਲ ਕਰਕੇ ਪੁੱਛੋ ਗੱਲ ਹੋਰ ਹੁੰਦੀ ਹੈ, ਕਿਉਂਕਿ ਹਰੇਕ ਚੀਜ਼ ਹਰੇਕ 'ਤੇ ਫਿੱਟ ਨਹੀਂ ਹੋ ਸਕਦੀ। ਹੁਣ ਕਈ ਵਾਰੀ ਕਲਾਇੰਟ ਆਉਂਦੇ ਨਹੀਂ ਜੀ ਅਸੀਂ ਸੁਣਿਆ $0% 'ਤੇ ਪ੍ਰੋਪਰਟੀ ਮਿਲ ਜਾਂਦੀ ਆ। ਹੁਣ ਮੈਂ ਉਹਨੂੰ ਥੋੜ੍ਹਾ ਐਕਸਪਲੇਨ ਕਰਨਾ ਚਾਹੁੰਦੀ, ਉਹ ਮਿਲਦੀ ਆ ਜੀ ਪ੍ਰੀ ਕੰਸਟਰਕਸ਼ਨ 'ਤੇ। ਹੁਣ ਕਿਸੇ ਨੇ ਘਰ ਸਾਲ 2 ਸਾਲ 3 ਸਾਲ ਪਹਿਲਾਂ ਘਰ ਬੁੱਕ ਕਰਾਇਆ, ਉਦੋਂ ਜੀ ਹੋ ਸਕਦਾ ਘਰ ਉਹ 6-7 ਲੱਖ ਦਾ ਬੁੱਕ ਕਰਾਇਆ ਹੋਵੇ, ਅੱਜ ਉਹਦੀ ਮਾਰਕੀਟ ਵੈਲਿਊ ਹੋ ਸਕਦਾ 9 ਲੱਖ ਜਾਂ ਮਿਲੀਅਨ ਦੇ ਨੇੜੇ ਹੋਵੇ, ਠੀਕ ਹੈ ਜੀ। ਐਕੁਇਟੀ ਵੱਧ ਗਈ ਅਤੇ ਤੁਸੀਂ ਲੈਂਡਰ, ਇਹ ਜਸਟ ਮੈਂ ਨਹੀਂ ਕਹਿੰਦੀ ਸਾਰੇ ਲੈਂਡਰ ਜੀ, ਫਿਊ ਲੈਂਡਰਸ ਆ, ਸਿਰਫ ਫਿਊ ਲੈਂਡਰਸ ਜਿਹੜੇ ਤੁਹਾਨੂੰ ਅਪ ਟੂ ਅਪਰੇਜ਼ਲ ਵੈਲਿਊ 'ਤੇ ਦਿੰਦੇ ਆ, ਅਪ ਟੂ 100% ਆਫ ਪਰਚੇਜ਼ ਪ੍ਰਾਈਸ। ਓਕੇ। ਜੇ ਹੁਣ ਕਿਸੇ ਦੀ ਵੈਲਿਊ ਅੱਜ ਮਿਲੀਅਨ ਆ ਗਈ ਅਤੇ ਉਹਨੇ 6 ਲੱਖ ਦਾ ਬੁੱਕ ਕਰਾਇਆ ਸੀ, ਸੋ ਦੇ ਹੈਵ ਇਨਫ ਐਕੁਇਟੀ, ਰਾਈਟ। ਤਾਂ ਫਿਰ ਇਹ ਆ ਵੀ ਜਿਹੜਾ ਉਹਨਾਂ ਨੇ ਜੇ 60-70 ਜਿੰਨਾ ਵੀ ਡਾਊਨ ਦਿੱਤਾ ਹੋਊਗਾ, ਉਹਨਾਂ ਨੂੰ 6 ਲੱਖ ਤੱਕ ਦੀ ਫਾਈਨੈਂਸਿੰਗ ਮਿਲ ਸਕਦੀ ਹੈ ਅਕੋਰਡਿੰਗ ਟੂ ਦੇਅਰ ਕੁਆਲੀਫਿਕੇਸ਼ਨ। ਓਕੇ। ਸੋ ਉਹਨੂੰ ਕਿਹਾ ਜਾਂਦਾ ਹੈ ਵੀ ਤੁਹਾਨੂੰ ਅਪ ਟੂ 100% ਆਫ ਫਾਈਨੈਂਸਿੰਗ ਮਿਲ ਜਾਂਦੀ ਹੈ, ਬਟ ਨਾਟ ਆਲ ਦ ਲੈਂਡਰ, ਸਪੈਸ਼ਲੀ ਇਹ ਬੈਂਕਾਂ ਨਹੀਂ ਕਰਦੀਆਂ ਜੀ। ਓਕੇ। ਦੇ ਆਰ ਬੀ ਲੈਂਡਰਸ ਐਂਡ ਦੇ ਅਦਰ ਲੈਂਡਰਸ। ਓਕੇ, ਇਹਦੇ ਵਿੱਚ ਬੀ ਜਾਂ ਆਪਾਂ ਜਿਹੜੇ ਸੀ ਅਦਰ ਲੈਂਡਰਸ, ਹਾਂਜੀ, ਉਹ ਇਨਵੋਲਵ ਹੁੰਦੇ ਆ। ਤਾਂ ਇਹ ਜਿਹੜੀ ਹੈਗੀ ਹੈ, ਜਿਹੜੀ ਅਪਰੇਜ਼ਲ ਹੈਗੀ ਹੈ ਉੱਪਰ ਜਿਹੜਾ 4 ਲੱਖ ਗਿਆ, ਉਹਦੇ 'ਤੇ ਨਹੀਂ ਹੈ, ਜਿਹੜਾ ਪਹਿਲਾਂ 6 ਲੱਖ ਜਿੱਥੇ ਤੁਸੀਂ ਬੁੱਕ ਕੀਤਾ ਸੀ ਉਹਦਾ 100%। ਉਹ ਕਹਿੰਦੇ ਵੀ ਅਪਰੇਜ਼ਲ ਚਾਹੇ ਤੁਹਾਡੀ 12 ਲੱਖ ਦੀ ਆ ਜਾਵੇ, ਪਰ ਤੁਸੀਂ ਪ੍ਰੋਪਰਟੀ 6 ਲੱਖ ਦੀ ਬਾਏ ਕੀਤੀ ਹੈ, 12 ਲੱਖ ਦੇ ਹਿਸਾਬ ਨਾਲ ਤਾਂ ਆਪਾਂ ਵੱਧ ਲੈ ਸਕਦੇ ਉਹਨਾਂ ਤੋਂ ਪੈਸੇ, ਪਰ ਉਹ ਕਹਿੰਦੇ ਵੀ ਅਸੀਂ ਅਪ ਟੂ 100% ਆਫ ਪਰਚੇਜ਼ ਪ੍ਰਾਈਸ ਜਾਣਾ, ਅਸੀਂ 6 ਲੱਖ ਹੀ ਦੇਣਾ ਆ, 6 ਲੱਖ ਤੋਂ ਉੱਤੇ ਨਹੀਂ ਦੇਣਾ। ਓਕੇ। ਸੋ ਲਾਈਕ ਤੁਸੀਂ ਜਿਨ੍ਹਾਂ ਦਾ ਹੁਣ ਜੀ ਜਿਨ੍ਹਾਂ ਦੇ ਕੋਲ ਡਾਊਨ ਪੇਮੈਂਟਸ ਨਹੀਂ ਹੈਗੀ, ਉਹਨਾਂ ਲਈ ਤਾਂ ਓਪਰਚੁਨਿਟੀ ਬਹੁਤ ਚੰਗੀ ਹੈ। ਜਾਂ ਜਿਨ੍ਹਾਂ ਨੇ ਅੱਗੇ 3-3 4-4 ਹੋਰ ਘਰ ਬੁੱਕ ਕਰਾਏ ਹੋਏ ਨੇ, ਅਗਲਾ ਕਹਿੰਦਾ ਚਲੋ 6 ਤੇ ਇਹ ਕਰਾ ਲੈਂਦੇ ਹਾਂ ਜੀ, ਜਿਹੜੇ ਇਹ 'ਚੋਂ ਪੈਸੇ ਨਿਕਲਦੇ ਹੋ ਅੱਗੇ ਲਾ ਦਾਂਗੇ। ਸੋ ਲਾਈਕ ਕਹਿ ਲਓ ਵੀ ਆਪਸ਼ਨਸ ਨੇ। ਜਿਵੇਂ ਮੈਂ ਇੱਕ ਐਗਜ਼ਾਮਪਲ ਕਹੂੰਗੀ ਵੀ ਜਦੋਂ ਕੋਈ ਵੀ ਸੇਲ ਆਉਂਦੀ ਹੈ, ਕੈਨੇਡਾ ਡੇ ਦੀ ਸੇਲ ਆ ਗਈ, ਬਾਕਸਿੰਗ ਡੇ ਦੀ ਸੇਲ ਆ ਗਈ, ਬਲੈਕ ਫਰਾਈਡੇ ਦੀ ਸੇਲ ਆ ਗਈ, ਉਵੇਂ ਜੀ ਮੌਰਗੇਜ ਇੰਡਸਟਰੀ ਵੀ ਇੱਕ ਮਾਰਕੀਟ ਆ। ਬਿਲਕੁਲ। ਇਹਦੇ ਵਿੱਚ ਵੀ ਅਕੋਰਡਿੰਗ ਟੂ ਯੂਅਰ ਸਿਨੈਰੀਓ ਸੇਲਸ ਆਉਂਦੀਆਂ ਨੇ, ਐਕਸਕਲੂਸਿਵ ਪ੍ਰਮੋਸ਼ਨਸ ਆਉਂਦੇ ਆ, ਪਰ ਡਿਪੈਂਡ ਕਰਦਾ ਆ ਕਿ ਤੁਸੀਂ ਕਿਹਦੇ ਨਾਲ ਸੈੱਟ ਕਰਦੇ ਆ।
ਮੈਂ ਇੱਕ ਐਕਸਪੀਰੀਅੰਸ ਵਰਡ ਯੂਜ਼ ਕਰਨਾ ਚਾਹਾਂਗੀ। ਐਕਸਪੀਰੀਅੰਸ ਨੂੰ ਅਗਰ ਮੈਂ ਬ੍ਰੌਡਲੀ ਥੋੜ੍ਹਾ ਦੱਸਣ ਦੀ ਕੋਸ਼ਿਸ਼ ਕਰਾਂ, ਐਕਸਪੀਰੀਅੰਸ ਦਾ ਮਤਲਬ ਕੀ ਹੁੰਦਾ? ਇਹ ਨਹੀਂ ਹੁੰਦਾ ਵੀ ਬੰਦਾ 4 ਸਾਲਾਂ ਦਾ ਮਾਰਕੀਟ 'ਚ ਆ, 5 ਸਾਲਾਂ ਦਾ ਮਾਰਕੀਟ 'ਚ ਆ। ਐਕਸਪੀਰੀਅੰਸ ਦਾ ਮਤਲਬ ਹੁੰਦਾ ਵੀ ਜਿਹੜੀ ਤੁਹਾਡੀ ਸਿਚੁਏਸ਼ਨ ਆ ਉਹ ਬੰਦੇ ਨੇ ਉਸ ਸਿਚੁਏਸ਼ਨ ਨਾਲ ਪਹਿਲਾਂ ਡੀਲ ਕੀਤਾ ਹੋ ਸਕਦਾ ਆ, ਠੀਕ ਹੈ ਨਾ। ਅਤੇ ਜੇ ਹੋ ਸਕਦਾ, ਹੁਣ ਇਕੱਲਾ ਜੇ ਮੈਂ ਕਹਾਂ ਜੀ ਸਾਡੀ ਮੌਰਗੇਜ ਇੰਡਸਟਰੀ ਸਿਰਫ ਪਰਚੇਸ 'ਤੇ ਨਹੀਂ ਚੱਲਦੀ। In these days, to be honest, we are very busy because we are dealing purchase, refinance, HELOCs, equity, debt consolidations, all that things. ਕਿਉਂਕਿ ਮਾਰਕੀਟ ਹੈ ਹੀ ਬਹੁਤ ਕ੍ਰਿਟੀਕਲ ਬਣੀ ਹੋਈ ਹੈ ਜੀ ਇਸ ਟਾਈਮ ਜੀ। ਸੋ ਸਭ ਨੂੰ ਸੋਲੂਸ਼ਨਸ ਚਾਹੀਦੇ ਆ। ਸੋ ਇਸ ਟਾਈਮ ਮੌਰਗੇਜ ਨਹੀਂ ਹੈਗੀ ਜੀ, ਇਸ ਟਾਈਮ ਅਸੀਂ ਪ੍ਰੋਬਲਮ ਦੇ ਸੋਲੂਸ਼ਨਸ ਦੇ ਰਹੇ ਹਾਂ। ਵਿਸ਼ਾਲ ਹੋਣਾ ਦਾ ਇੱਕ ਸਵਾਲ ਆਇਆ ਲਖਵੀਰ ਜੀ, ਉਹ ਕਹਿੰਦੇ ਆ ਕਿ ਜੇ ਅਪਰੇਜ਼ਲ ਨਹੀਂ ਹੈ ਤਾਂ ਉਹ ਫਿਰ VPT ਕਿੱਦਾਂ ਪੇ ਕਰ ਸਕਦੇ? ਇਹਦੇ ਬਾਰੇ ਥੋੜ੍ਹਾ ਦੱਸੋਗੇ? VPT ਵੈਂਡਰ ਟੇਕ ਬੈਕ ਹੁੰਦਾ ਭਾਜੀ ਇਹ, ਰਾਈਟ। ਵੈਂਡਰ ਟੇਕ ਬੈਕ ਇਹ ਹੁੰਦਾ ਕਿ ਕਿਸੇ ਨੇ ਅਗਰ 13 ਲੱਖ ਦਾ ਘਰ ਲੈ ਲਿਆ ਕਿਸੇ ਤੋਂ, ਠੀਕ ਹੈ ਜੀ, ਉਹਦੇ ਵਿੱਚ ਕੀ ਹੁੰਦਾ ਹੈ ਕਿ ਅਪਰੇਜ਼ਲ ਆ ਗਈ ਮਿਲੀਅਨ ਦੀ, ਫੋਰ ਐਗਜ਼ਾਮਪਲ 3 ਲੱਖ ਸ਼ਾਰਟ ਪੈ ਗਿਆ। ਹੁਣ ਸੈਲਰ ਕਹਿੰਦਾ ਵੀ 3 ਲੱਖ ਵੀ ਲਾਈਕ, ਕਿਉਂਕਿ ਕੋਈ ਵੀ ਜੀ ਜਦੋਂ ਆਪਾਂ ਡਿਸਪਿਊਟ 'ਚ ਜਾਂਦੇ ਹਾਂ ਜਾਂ ਡਿਫਾਲਟ 'ਚ ਜਾਂਦੇ ਹਾਂ ਤਾਂ ਇਕੱਲਾ ਇੰਪੈਕਟ ਇੱਕ ਗੱਲ ਸਮਝ ਆਉਂਦੀ ਹੈ, ਸਿਰਫ ਬਾਇਰ 'ਤੇ ਨਹੀਂ ਪੈਂਦਾ ਜੀ, ਸੈਲਰ ਨੂੰ ਵੀ ਨਾਲ ਹੈਸਲਮੈਂਟ ਚੱਕਣੀ ਪੈਂਦੀ ਹੈ, ਚਾਹੇ ਉਹ ਸੈਲਰ ਐਜ਼ ਅ ਨੋਰਮਲ ਕਲਾਇੰਟ ਆ, ਚਾਹੇ ਉਹ ਸੈਲਰ ਐਜ਼ ਅ ਬਿਲਡਰ ਆ। ਸੋ ਬਿਲਡਰ ਦੇ ਕੈਨ ਅਫੋਰਡ ਇਟ ਬਿਕੋਜ਼ ਦੇ ਹੈਵ ਦੇਅਰ ਓਨ ਲਾਇਰ ਟੀਮ ਐਂਡ ਆਲ ਦੈਟ ਸਟਫ, ਰਾਈਟ। ਸੋ ਫਿਰ ਇਹਦੇ ਵਿੱਚ ਜੀ ਆਫਰ ਕਰ ਦਿੱਤੀ ਜਾਂਦੀ ਆ ਵੈਂਡਰ ਟੇਕ ਬੈਕ। ਸੋ ਸੈਲਰ ਇਹ ਕਹਿੰਦਾ ਵੀ ਠੀਕ ਆ, ਤੁਸੀਂ ਮਿਲੀਅਨ ਦੇ ਅਕੋਰਡਿੰਗ ਲੈ ਲਓ, 3 ਲੱਖ ਦੀ ਮੈਂ ਤੁਹਾਨੂੰ ਐਜ਼ ਅ ਸੈਕਿੰਡ ਮੌਰਗੇਜ ਨਾਲ ਦੇ ਦਿੰਦਾ। ਵੈਂਡਰ ਟੇਕ ਬੈਕ ਹੁੰਦਾ ਜੀ ਸੈਕਿੰਡ ਪਲੇਸ 'ਤੇ ਰਜਿਸਟਰ ਕੀਤੀ ਜਾਂਦੀ ਹੈ ਤੁਹਾਡੇ। ਓਕੇ। ਸੋ ਇਹਦੇ ਵਿੱਚ ਕੁਐਸਚਨ ਇਹੀ ਹੈ ਜੀ, ਕਿਉਂਕਿ ਜੇ ਅਪਰੇਜ਼ਲ ਨਹੀਂ ਆਊਗੀ ਹਾਊ ਯੂ ਗੋਨਾ, ਇਹੀ ਚੀਜ਼ ਮੈਂ ਪਹਿਲਾਂ ਸੈਗਮੈਂਟ 'ਚ ਐਕਸਪਲੇਨ ਕੀਤੀ ਆ। ਅਪਰੇਜ਼ਲ ਹੀ ਨਹੀਂ ਆ ਰਹੀ, ਹੁਣ ਕਈਆਂ ਨੇ ਇਹ ਸਿਚੁਏਸ਼ਨ ਦੇ ਵਿੱਚ ਕਰਾਈਆਂ ਨੇ ਜੀ ਕਲੋਜ਼, ਪਰ ਜੇ ਹੁਣ ਅੱਗੇ ਜਾ ਕੇ ਅਪਰੇਜ਼ਲ ਹੀ ਨਹੀਂ ਆ ਰਹੀ, ਤੁਸੀਂ ਕਿਵੇਂ ਪੇ ਕਰੋਗੇ ਜੀ? ਜਿਵੇਂ ਸੋ ਦੈਟ ਮੀਨਸ ਯੂ ਆਰ ਕੀਪ ਪੇਇੰਗ ਇੰਟਰਸਟ, ਰਾਈਟ ਜੀ। ਇੱਕ ਹੋਰ ਸਵਾਲ ਹੈ ਛੋਟਾ ਜਿਹਾ, ਆਪਾਂ ਉਹ ਵੀ ਲੈ ਲਈਏ ਜੀ। ਇਹ ਸਵਾਲ ਹੈਗਾ ਜੀ ਨਕਾਸ਼ ਹੋਣਾ ਦਾ। ਉਹ ਕਹਿੰਦੇ ਕਿ ਜੇ ਮੈਂ ਨਵਾਂ ਇਮੀਗ੍ਰੈਂਟ ਹਾਂ ਅਤੇ ਮੈਂ ਘਰ ਬਾਏ ਕਰਨਾ ਚਾਹੁੰਦਾ ਅਤੇ ਮੇਰੇ ਕੋਲ 20% ਡਾਊਨ ਪੇਮੈਂਟ ਨਹੀਂ ਹੈਗੀ, ਤਾਂ ਮੈਂ ਕੀ ਕਰ ਸਕਦਾ? ਹਾਂਜੀ ਜੀ, ਦੇਖੋ ਜੀ ਇੱਥੇ ਰੂਲ ਇਹ ਵੀ ਆ ਵੀ ਤੁਹਾਨੂੰ ਸਿਰਫ 5% ਡਾਊਨ ਪੇਮੈਂਟ ਚਾਹੀਦੀ ਆ ਟੂ ਬਾਏ ਦਾ ਹੋਮ। ਬਟ ਦਾ ਅਨਦਰ ਥਿੰਗ ਮੈਂ ਆਲਵੇਜ਼ ਇਹੀ ਫਿਰ ਐਕਸਪਲੇਨ ਕਰਨਾ ਚਾਹੁੰਦੀ ਹਾਂ, ਆਪਾਂ ਬਹੁਤ ਐਡ ਸੁਣਦੇ ਹਾਂ ਜਾਂ ਬਹੁਤ ਕਿਸੇ ਤੋਂ ਸੁਣਦੇ ਹਾਂ ਜੀ 5% 'ਤੇ ਘਰ ਮਿਲ ਜਾਂਦਾ, ਦਿਸ ਐਂਡ ਦੈਟ, ਪਰ ਜਾਂ ਉਹ ਦੱਸਣਾ ਨਹੀਂ ਚਾਹੁੰਦੇ ਜਾਂ ਦੱਸਣਾ ਭੁੱਲ ਜਾਂਦੇ ਵੀ ਨਾਲ ਤੁਹਾਨੂੰ ਲੱਖਾਂ ਦੇ ਵਿੱਚ ਇਨਕਮ ਵੀ ਚਾਹੀਦੀ ਆ ਜੀ। ਸੇ ਦੇ ਯੈਸ ਉਹ ਲੈ ਸਕਦੇ ਆ ਜੀ ਘਰ, ਪਰ ਇਟ ਡਿਪੈਂਡ ਅਪੋਨ ਦਾ ਕੁਆਲੀਫਿਕੇਸ਼ਨ, ਉਹ ਕੁਆਲੀਫਾਈ ਕਿੱਥੇ ਕਰਦੇ। ਹੁਣ ਮੈਨੂੰ ਬਹੁਤ ਕਾਲਸ ਆਉਂਦੀਆਂ ਨੇ ਐਜ਼ ਅ ਫਸਟ ਟਾਈਮ ਬਾਇਰ, ਲਖਵੀਰ ਜੀ ਸਾਡੇ ਕੋਲ 70,000 ਜੁੜਿਆ ਹੋਇਆ, ਸਾਡੇ ਕੋਲ ਲੱਖ ਜੁੜਿਆ ਹੋਇਆ, ਸਾਡੇ ਕੋਲ 1.5 ਲੱਖ ਹੈਗਾ, ਅਸੀਂ ਘਰ ਲੈਣਾ। ਲੱਖ 70 ਲੱਖ ਜੀ, 70,000 ਔਰ ਲੱਖ ਬਹੁਤ ਵੱਡੀ ਅਮਾਊਂਟ ਹੁੰਦੀ ਆ, ਠੀਕ ਹੈ ਜੀ। ਬਟ ਸਾਨੂੰ ਬੜੇ ਲਾਈਕ ਸੈਡ ਤਰੀਕੇ ਨਾਲ ਮੈਨੂੰ ਕਹਿਣਾ ਪੈਂਦਾ ਵੀ ਭਾਜੀ ਅੱਜ ਦੀ ਘੜੀ ਦੇ ਵਿੱਚ ਉਹ ਵੀ ਇਨਫ ਨਹੀਂ ਹੈਗੀ, ਠੀਕ ਹੈ। ਇਹ ਸਮੇਂ ਦੀ ਗੱਲ ਹੈ। ਯੈਸ। ਸੋ ਜੇ ਆਪਾਂ ਸਮੇਂ ਦੀ ਗੱਲ ਕਰ ਰਹੇ ਹਾਂ ਤਾਂ ਸਮਾਂ ਜਿਹੜਾ ਹੈਗਾ ਜੀ, ਜੇ ਆਪਾਂ ਹੁਣ ਕੋਈ ਮੌਰਗੇਜ ਲਈ ਹੈ, ਕੋਈ ਲੋਨ ਲਿਆ ਤਾਂ ਉਹਨੂੰ ਮੋੜਨਾ ਵੀ ਹੈ, ਉਹਨੂੰ ਮੋੜਨ ਵਾਸਤੇ ਜਿਹੜਾ ਸਮਾਂ ਮਿਲਦਾ ਉਹਦੇ ਬਾਰੇ 'ਚ ਕੁਝ ਸਾਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸੋ, ਕਿਉਂਕਿ ਹੁਣ ਤੁਸੀਂ ਪਿੱਛੇ ਗੱਲ ਕੀਤੀ ਕਿ ਹੁਣ ਰਿਨਿਊ ਹੋ ਰਹੀਆਂ ਹੈਗੀਆਂ ਜਿਹੜੀਆਂ ਮੌਰਗੇਜਿਸ ਹੈਗੀਆਂ, ਅਤੇ ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਇਹਦੇ ਬਾਰੇ 'ਚ ਕਾਫੀ ਕੁਝ ਪੜ੍ਹਿਆ ਹੈਗਾ ਔਨਲਾਈਨ। ਇਹਦੇ 'ਤੇ ਥੋੜ੍ਹਾ ਚਾਨਣਾ ਪਾਓ ਵੀ ਇਹਦੇ 'ਤੇ ਕੀ ਫਰਕ ਪੈ ਰਿਹਾ ਹੁਣ। ਭਾਜੀ ਇਹਦੇ 'ਤੇ ਮੈਂ ਚਾਨਣ ਪਾਉਣ ਲਈ ਨਾ ਇੱਕ ਚੀਜ਼ ਐਕਸਪਲੇਨ ਕਰਨਾ ਚਾਹਾਂਗੀ, ਉਹਨੂੰ ਕਹਿੰਦੇ ਆਪਾਂ ਅਮਾਊਂਟਾਈਜੇਸ਼ਨ ਜੀ, ਠੀਕ ਹੈ ਜੀ। ਅਮਾਊਂਟਾਈਜੇਸ਼ਨ ਹੁੰਦੀ ਕੀ ਆ? ਅਮਾਊਂਟਾਈਜੇਸ਼ਨ ਇਹ ਹੁੰਦੀ ਆ, ਤੁਸੀਂ ਬੈਂਕ ਕੋਲ ਗਏ ਜਾਂ ਕਿਸੇ ਵੀ ਲੈਂਡਰ ਦੇ ਕੋਲ ਗਏ, ਤੁਸੀਂ ਉਹਨਾਂ ਤੋਂ 5 ਲੱਖ ਦੀ ਮੌਰਗੇਜ ਲਈ ਅਤੇ ਉਹਨਾਂ ਨੇ ਤੁਹਾਨੂੰ 25 ਸਾਲ 30 ਸਾਲ ਦੀ ਅਮਾਊਂਟਾਈਜੇਸ਼ਨ ਦੇਤੀ ਵੀ ਜੇ ਤੁਸੀਂ ਇਹ 5 ਲੱਖ ਸਾਡੇ ਨਾਲ ਕੰਟੀਨਿਊਸਲੀ ਰਹਿੰਦੇ ਹੋ, ਤੁਹਾਨੂੰ 30 ਸਾਲ ਦੇ ਵਿੱਚ ਪੇਮੈਂਟ ਕਰਨੀ ਪੈਣੀ ਹੈ, ਰਾਈਟ। ਅਤੇ ਹੁਣ ਅਮਾਊਂਟਾਈਜੇਸ਼ਨ ਜਿਹੜੀ ਹੈਗੀ ਹੈ ਜੀ ਇਹ ਵੇਰੀਏਬਲ 'ਤੇ ਹੁੰਦੀ ਹੈ। ਇਸ ਟਾਈਮ ਜਿਹੜੇ ਲੋਕ ਜੂਝ ਰਹੇ ਨੇ ਉਹ ਵੇਰੀਏਬਲ ਵਾਲੇ ਜੂਝ ਰਹੇ ਨੇ। ਸੋ ਵੇਰੀਏਬਲ ਰੇਟ ਜਿਹੜਾ ਹੁੰਦਾ ਭਾਜੀ 2 ਤਰ੍ਹਾਂ ਦਾ ਹੁੰਦਾ ਆ, ਇਟਸ ਐਡਜਸਟੇਬਲ ਵੇਰੀਏਬਲ ਰੇਟ ਐਂਡ ਸਟੈਟਿਕ ਵੇਰੀਏਬਲ ਰੇਟ। ਹੁਣ ਐਡਜਸਟੇਬਲ 'ਚ ਤਾਂ ਇਹ ਹੁੰਦਾ ਜੀ ਰੇਟ ਵਧਿਆ, ਤੁਹਾਡੀ ਪੇਮੈਂਟ ਵੱਧ ਗਈ, ਅਮਾਊਂਟਾਈਜੇਸ਼ਨ ਛੱਡਣੀ ਨਹੀਂ, ਇਟਸ ਕੈਨ ਬੀ ਕੀਪਸ ਸੇਮ, ਰਿਮੇਨ ਸੇਮ। ਅਤੇ ਜੇ ਰੇਟ ਘੱਟ ਗਿਆ ਤੁਹਾਡੀ ਪੇਮੈਂਟ ਘੱਟ ਜਾਣੀ ਹੈ, ਜੋ ਕਿ ਮੋਸਟ ਆਫ ਦ ਲੋਕ ਇਸ ਟਾਈਮ ਜੂਝ ਰਹੇ ਨੇ। ਬਟ ਜਿਹੜਾ ਜੀ ਬੈਂਕਾਂ ਜਾਂ ਕੋਈ ਵੀ ਜਿਹੜੇ ਰੇਟ ਮਿਲ ਰਹੇ ਨੇ ਉਹ ਆਪਾਂ ਜਦੋਂ ਲੈਣ ਜਾਂਦੇ ਆਪਾਂ ਕਹਿੰਦੇ ਜੀ ਵੇਰੀਏਬਲ ਮਿਲ ਗਿਆ, ਬਸ ਆਲਵੇਜ਼ ਕਲਾਇੰਟ 'ਚ ਇਹੀ ਹੁੰਦਾ ਜੀ ਵੇਰੀਏਬਲ ਦਾ ਮਤਲਬ ਅਸੀਂ ਐਨੀ ਟਾਈਮ ਤੋੜ ਸਕਦੇ ਹਾਂ, ਸਾਨੂੰ ਪੈਨਲਟੀ ਨਹੀਂ ਦੇਣੀ ਪੈਣੀ। ਬਟ ਉਹ ਇਹ ਨਹੀਂ ਪੁੱਛਦੇ ਵੀ ਸਾਨੂੰ ਕਿਹੜਾ ਵੇਰੀਏਬਲ ਰੇਟ ਦਿੱਤਾ ਗਿਆ ਆ। ਇੱਕ ਵੇਰੀਏਬਲ ਰੇਟ ਜਿਹੜਾ ਹੈਗਾ ਜੀ ਉਹ ਹੈਗਾ ਸਟੈਟਿਕ ਵੇਰੀਏਬਲ ਰੇਟ। ਉਹਦੇ ਵਿੱਚ ਕੀ ਹੁੰਦਾ, ਜੇ ਰੇਟ ਵੱਧ ਗਿਆ ਤੁਹਾਡੀ ਪੇਮੈਂਟ ਨਹੀਂ ਛੱਡਣੀ। ਅਗਰ ਤੁਸੀਂ 2500 ਦੇ ਰਹੇ ਹੋ ਤਾਂ 2500 ਹੀ ਰਹਿਣੀ ਆ, ਪਰ 2500 ਦੇ ਵਿੱਚ ਤੁਸੀਂ ਇੰਟਰਸਟ ਜਾਂ ਵਟਐਵਰ ਜੋ ਵੀ ਚੀਜ਼ ਉਹ ਤੁਸੀਂ ਕਵਰ ਨਹੀਂ ਕਰ ਪਾ ਰਹੇ ਜੀ, ਉਹ ਰਿਵਰਸ ਹੋ ਕੇ ਤੁਹਾਡੇ ਪ੍ਰਿੰਸੀਪਲ 'ਚ ਜੁੜ ਜਾਣੀ ਆ। ਜਦੋਂ ਤੁਹਾਡੇ ਪ੍ਰਿੰਸੀਪਲ 'ਚ ਜੁੜ ਜਾਣੀ ਆ, ਤੁਹਾਡਾ ਅਮਾਊਂਟਾਈਜੇਸ਼ਨ ਜਿਹੜਾ ਸੀਗਾ ਜੀ 30 ਸਾਲਾਂ ਦਾ ਸੀ, ਉਹ ਸਟ੍ਰੈਚ ਹੋ ਕੇ 40 45 47 50 60 ਵਟਐਵਰ ਡਿਪੈਂਡ ਅਪੋਨ ਯੂਰ ਪ੍ਰਿੰਸੀਪਲ। ਮੈਂ 90 ਵੀ ਪੜ੍ਹਿਆ ਵੀ। ਹਾਂਜੀ ਜੀ, ਉਹ ਹੋ ਜਾਣਾ ਆ, ਠੀਕ ਹੈ ਜੀ। ਹੁਣ ਉਹ ਕਿਉਂ ਹੋ ਜਾਣਾ? ਕਿਉਂਕਿ ਪ੍ਰਿੰਸੀਪਲ ਵੱਧ ਗਿਆ ਜੀ, ਠੀਕ ਹੈ। ਅਤੇ ਤੁਸੀਂ ਇੱਕ ਲੈਂਡਰ ਦੇ ਨਾਲ ਕੰਟਰੈਕਟ 'ਚ ਹੋ ਅਤੇ ਉਹ ਲੈਂਡਰ ਨੇ ਤੁਹਾਨੂੰ ਕੰਟਰੈਕਟ ਤੋਂ ਤਾਂ ਹੁਣ ਬਾਹਰ ਕੱਢਣਾ ਨਹੀਂ ਹੈਗਾ, ਸੋ ਉਹ ਸਟ੍ਰੈਚ ਹੋ ਗਿਆ ਜੀ, ਠੀਕ ਹੈ, ਦੈਟਸ ਫਾਈਨ। ਪਰ ਜਦੋਂ ਰਿਨਿਊਵਲ ਆਉਣੀ ਹੈ ਜੀ, ਫਿਰ ਉਦੋਂ ਜਿਹੜਾ ਉਹ ਆ ਜੀ, ਉਦੋਂ ਲੈਂਡਰ ਨੇ 2 ਆਪਸ਼ਨਾਂ ਦੇਣੀਆਂ ਨੇ, 25 30,
ਹੁਣ ਦੇਖੋ ਜਿਹੜੀ ਅਮਾਊਂਟਾਈਜੇਸ਼ਨ 50 ਤੇ ਪਹੁੰਚੀ ਹੋਈ ਆ, ਜੋ ਤੁਸੀਂ ਉਹਨੂੰ 30 ਤੇ ਲੈ ਕੇ ਆਣਾ ਸ਼ਰਿੰਕ ਕਰਕੇ, ਪੇਮੈਂਟ ਨੇ ਕਿੱਥੇ ਜਾਣਾ? ਓਵਰ। ਜਿਹੜੀ ਉਹਦੀ ਕਿਸ਼ਤ ਵੱਧ ਜਾਣੀ ਹੈ। ਹਾਂਜੀ, ਪੇਮੈਂਟ ਨੇ ਓਵਰ ਚਲੀ ਜਾਣਾ ਆ। ਫਿਰ ਉਦੋਂ ਆਪਸ਼ਨਾਂ ਕੀ ਦਿੱਤੀਆਂ ਜਾਂਦੀਆਂ ਨੇ? ਆਪਸ਼ਨਾਂ ਇਹ ਦਿੱਤੀਆਂ ਜਾਂਦੀਆਂ ਨੇ ਵੀ ਜਾਂ ਤਾਂ ਤੁਸੀਂ ਲੰਪ ਸਮ ਪੇ ਕਰ ਦਿਓ ਪ੍ਰਿੰਸੀਪਲ ਦਾ। ਹੁਣ ਭਾਜੀ ਲੰਪ ਸਮ ਪੇ ਕਰਨ ਲਈ ਕਿਹਦੇ ਕੋਲ ਪੈਸੇ ਆ? ਮੋਸਟ ਆਫ ਦ ਪੀਪਲ ਦੇ ਡੋਂਟ ਹੈਵ ਅ ਪੈਸੇ। ਠੀਕ ਹੈ ਜੀ, ਸੋ ਪੈਸੇ ਨਹੀਂ ਹੈਗੇ। ਫਿਰ ਉਹ ਆਪਸ਼ਨ ਦਿੱਤੀ ਜਾਂਦੀ ਹੈ ਜੀ ਤੁਸੀਂ ਫਿਕਸ ਰੇਟ ਲੈ ਲਓ। ਓਕੇ, ਠੀਕ ਹੈ ਜੀ। ਹੁਣ ਫਿਕਸ ਡਿਪੈਂਡ ਕਰਦਾ ਕਲਾਇੰਟ ਨੇ ਪ੍ਰੋਪਰਟੀ ਕਾਹਦੇ ਲਈ ਲਈ ਹੈ, ਕੀ ਰੱਖਣ ਲਈ ਲਈ ਹੈ, ਕਿੰਨਾ ਚਿਰ ਰੱਖਣ ਲਈ ਲਈ ਹੈ। ਹੁਣ ਜੇ ਅੱਜ ਫਿਕਸ 599 ਮਿਲਦਾ ਜਾਂ 6% ਮਿਲਦਾ, ਫਿਰ ਉਹ 3 ਸਾਲ 5 ਸਾਲਾਂ ਲਈ 6 ਤੇ ਸਟਕ ਹੋ ਗਏ ਜੀ, ਕਿਉਂਕਿ ਕੱਲ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੈਗੀ। ਠੀਕ ਹੈ ਨਾ, ਕਹਿੰਦੇ ਨਾ ਇੱਕ ਵਰਡ ਆ, ਲਾਈਕ ਇੱਕ ਲਾਈਨ ਆ, ਕਹਿੰਦੇ ਨੋਬਡੀ ਨੋਜ਼ ਐਨੀਥਿੰਗ ਐਨੀਮੋਰ। ਇਸ ਟਾਈਮ ਕਿਸੇ ਨੂੰ ਕੁਝ ਨਹੀਂ ਪਤਾ ਜੀ। ਠੀਕ ਹੈ, ਸੋ ਉਹ ਚੀਜ਼ ਕਰਕੇ ਜਦੋਂ ਤੁਹਾਡੀ ਜੀ ਰੀਨਿਊਵਲ ਆਉਣੀ ਹੈ, ਰੀਨਿਊਵਲ ਤੇ ਹੈ ਹੀ ਨਹੀਂ ਚੋਇਸ ਵੀ ਤੁਹਾਨੂੰ 30% ਤੋਂ ਵੱਧ ਮਿਲ ਜਾਵੇ, 30 ਈਅਰਸ ਤੋਂ ਵੱਧ ਮਿਲ ਜਾਵੇ। ਕਿਉਂਕਿ ਦੋ ਆਪਸ਼ਨਾਂ ਨੇ ਜੀ ਅਮਾਊਂਟਾਈਜੇਸ਼ਨ ਦੀਆਂ। ਇੱਕ ਹੈਗੀ 25 ਸਾਲ ਜਿਹੜੀ ਕਿ ਲੈਸ ਦੈਨ 20% ਬੰਦਿਆਂ ਨੂੰ ਮਿਲਦੀ ਆ, ਜਿਨ੍ਹਾਂ ਨੇ ਲੈਸ ਦੈਨ 20% ਡਾਊਨ ਦੇਣਾ, ਜਿਹੜੇ ਕਿ ਡਿਫਾਲਟ ਇੰਸ਼ੋਰੈਂਸ 'ਚ ਜਾਂਦੇ, ਵਿਚ ਇਜ਼ ਕਾਲਡ CMHC, ਕੈਨੇਡੀਅਨ ਮਾਰਗੇਜ ਹਾਊਸਿੰਗ ਕਾਰਪੋਰੇਸ਼ਨ। ਠੀਕ ਹੈ ਜੀ। ਤੇ ਜਿਹੜੀ ਆ ਜਾਂਦੀ ਆ ਫਿਰ ਆਪਣੀ 30 ਸਾਲਾਂ ਦੀ ਜੀ, 30 ਸਾਲਾਂ ਦੀ ਮਿਲਦੀ ਆ ਨਾਰਮਲ, ਜਿਹੜੇ 20% ਜਾਂ 20% ਤੋਂ ਵੱਧ ਦਿੰਦੇ ਆ। ਹੁਣ ਜਿਨ੍ਹਾਂ ਦੀ ਰੀਨਿਊਵਲ ਦੇ ਟਾਈਮ 40-45 ਤੇ ਫਿਰਦੀ ਹੋਊਗੀ ਅਮਾਊਂਟਾਈਜੇਸ਼ਨ, ਉਹ ਜਦੋਂ ਹੁਣ ਸ਼ਰਿੰਕ ਹੋ ਕੇ 30 ਤੇ ਆਉਣੀ ਹੈ ਜੀ, ਤਾਂ ਫਿਰ ਪੇਮੈਂਟ ਤਾਂ ਬਹੁਤ ਸਕਾਈ ਹਾਈ ਹੋ ਜਾਣੀ ਹੈ। ਹਾਊ ਦੇ ਕੈਨ ਅਫੋਰਡ ਇਟ? ਸੋ ਇਹ ਕੁਐਸਚਨ ਬਹੁਤ ਜੈਨੂਅਲ ਨੇ। ਪਰ ਫਿਰ ਕੀ ਹੁੰਦਾ, ਇੱਕ ਜਿਹੜੀ ਮੇਜਰ ਆਪਸ਼ਨ ਹੁੰਦੀ ਹੈ ਜੀ, ਉਹ ਬੈਂਕਾਂ ਵੱਲੋਂ ਨਹੀਂ ਦਿੱਤੀ ਜਾਂਦੀ ਹੈਗੀ ਵੀ ਤੁਸੀਂ ਜੀ ਆਪਣੀ ਮੌਰਗੇਜ ਦੀ ਕਿਸ਼ਤ ਵਧਾ ਲਓ। ਕਿਉਂਕਿ ਮੌਰਗੇਜ ਦੀ ਕਿਸ਼ਤ, ਜਿਵੇਂ ਹੁਣ ਤੁਸੀਂ ਪਿੱਛੇ ਸੁਣਿਆ ਹੋਣਾ ਜਾਂ ਕਲਾਇੰਟਸ ਨੇ ਵੀ ਸੁਣਿਆ, ਉਹਨੂੰ ਕਹਿੰਦੇ ਟ੍ਰਿਗਰ ਰੇਟ। ਟ੍ਰਿਗਰ ਰੇਟ ਹਿੱਟ ਕਰ ਗਿਆ। ਟ੍ਰਿਗਰ ਰੇਟ ਹਿੱਟ ਕਰਨ ਦਾ ਮਤਲਬ ਇਹ ਆ ਵੀ ਜਿਹੜੀ ਤੁਸੀਂ ਪੇਮੈਂਟ ਦੇ ਰਹੇ ਸੀ, ਉਹ ਪੇਮੈਂਟ ਹੁਣ ਇੰਨੀ ਨਹੀਂ ਦਿੱਤੀ ਜਾ ਰਹੀ ਵੀ ਤੁਹਾਡਾ ਇੰਟਰਸਟ ਵੀ ਕਵਰ ਹੋ ਜਾਵੇ। ਫਿਰ ਤਾਂ ਕਰਕੇ ਬੈਂਕਾਂ ਤੁਹਾਨੂੰ ਆਪਸ਼ਨ ਦਿੰਦੀਆਂ ਨੇ, ਲੰਪ ਸਮ ਪੇ ਕਰ ਦਿਓ, ਫਿਕਸ ਰੇਟ 'ਚ ਆ ਜਾਓ ਜੀ, ਸਾਡੇ ਕੋਲ ਪ੍ਰਮੋਸ਼ਨ ਚੱਲਦੇ ਆ ਜੀ, ਫਿਰ ਜੀ ਤੁਹਾਨੂੰ ਲੈਟਰ ਆ ਜਾਣੀ ਆ। ਉਹ ਹੁਣ ਕਲਾਇੰਟ ਆ ਜੀ, ਨਾਰਮਲ ਕਲਾਇੰਟ, ਉਹ ਪੈਨਿਕ 'ਚ ਆ ਜਾਂਦਾ ਆ। ਸੋ ਦੇ ਟੁਕ ਦ ਰੋਂਗ ਡਿਸੀਜ਼ਨਸ। ਬਟ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ 1000-2000 ਪੇਮੈਂਟ ਵਧਾ ਲਓ, ਸੋ ਪੇਮੈਂਟ 'ਚ ਇੰਟਰਸਟ ਜਿੰਨਾ ਆ ਗਿਆ ਜੀ ਕਵਰ ਹੋ ਜਾਊਗਾ, ਉਹ ਹੋ ਜਾਊਗਾ। ਜਿਵੇਂ 1000 ਕਿਸੇ ਨੇ ਵਧਾਤੀ, 200-300 ਇੰਟਰਸਟ 'ਚ ਹੋ ਗਿਆ, ਜਿਹੜਾ 400-500 ਤੁਹਾਡਾ ਪ੍ਰਿੰਸੀਪਲ 'ਚ ਜਾਣਾ ਸ਼ੁਰੂ ਹੋ ਜਾਊਗਾ। ਸੋ ਦੈਟ ਕਾਈਂਡ ਆਫ ਥਿੰਗਸ ਲਾਈਕ ਉਹੀ ਆ ਜਾਂਦੀ ਹੈ ਵੀ ਆਪਾਂ ਆਪਸ਼ਨਸ ਕੀ ਦਿੰਦੇ ਆ ਜੀ। ਤੇ ਇਹਦੇ ਵਿੱਚ ਹੁਣ ਮੇਰੇ ਕੋਲ ਕੁਐਸਚਨ ਆਏ ਆ ਜੀ ਕੁਝ ਦੋਸਤਾਂ ਦੇ, ਜਿਨ੍ਹਾਂ ਨੂੰ ਆਪਾਂ ਬਹੁਤ ਕੋਸ਼ਿਸ਼ ਕਰੀਏ ਆਪਾਂ ਜਲਦੀ ਇਹਨੂੰ ਆਨਸਰ ਕਰੀਏ। ਹਾਂਜੀ, 3239 ਤੋਂ ਕੁਐਸਚਨ ਹੈ ਜੀ। ਉਹ ਕਹਿੰਦੇ ਕਿ ਮੈਂ ਰਿਟਾਇਰ ਹੋਣ ਵਾਲਾ ਜਾਂ ਵਾਲੀ ਹਾਂ, ਜੋ ਵੀ ਮੈਨੂੰ 0613 ਤੋਂ ਉਹਨਾਂ ਦਾ ਕੁਐਸਚਨ ਹੈਗਾ। ਤੇ ਉਹ ਕਹਿੰਦੇ ਮੇਰੀ ਮੌਰਗੇਜ ਪੈਂਡਿੰਗ ਹੈ, 2 ਸਾਲ ਦੇ ਵਿੱਚ ਮੇਰੀ ਰੀਨਿਊਅਲ ਡਿਊ ਹੈ, ਕੀ ਮੈਨੂੰ ਰੀਕੁਆਲੀਫਾਈ ਕਰਨਾ ਪਏਗਾ ਮੌਰਗੇਜ ਦੇ ਲਈ? ਨਹੀਂ ਜੀ, ਰੀਕੁਆਲੀਫਾਈ ਨਹੀਂ ਹੁੰਦਾ ਆਲਵੇਜ਼। ਜਿਵੇਂ ਹੁਣ ਫੋਰ ਐਗਜ਼ਾਮਪਲ ਆਪਾਂ ਕਹੀਏ ਵੀ ਕਿਸੇ ਨੇ 30 ਸਾਲਾਂ ਦੀ ਲਈ ਸੀ, ਠੀਕ ਹੈ ਜੀ, 30 ਸਾਲਾਂ ਦੇ ਵਿੱਚ 5 ਸਾਲ ਉਹਨਾਂ ਨੇ ਟਰਮ ਪੂਰੀ ਕਰਤੀ। ਆਪਾਂ ਇਹੀ ਕਲਾਇੰਟ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਇਹਨਾਂ ਦੀ ਆ ਗਈ ਰੀਨਿਊਵਲ। ਹੁਣ ਜਿਹੜੀ ਰੀਨਿਊ ਹੋਣੀ ਹੈ ਜੀ, ਇਹਨਾਂ ਨੇ ਕੁਆਲੀਫਿਕੇਸ਼ਨ ਕਦੇ ਨਹੀਂ ਮੰਗਦਾ ਹੁੰਦਾ ਜਦੋਂ ਆਪਾਂ ਰੀਨਿਊ ਕਰਦੇ ਹੁੰਦੇ ਹਾਂ, ਪਰ ਉਹਨਾਂ ਨੇ ਰੀਨਿਊ ਕਰਨੀ ਹੈ ਹੁਣ 25 ਸਾਲਾਂ ਲਈ, 25 ਸਾਲ, ਕਿਉਂਕਿ 5 ਤਾਂ ਨਿਕਲ ਗਏ ਜੀ। ਠੀਕ ਹੈ, ਪਰ ਤੇ ਜੇ ਕਹਿੰਦੇ ਨੇ ਵੀ ਨਹੀਂ ਜੀ 25 ਸਾਲ ਨਾਲ ਮੇਰੀ ਮੌਰਗੇਜ ਦੀ ਪੇਮੈਂਟ ਹਾਈ ਹੋ ਜਾਣੀ ਆ, ਫਿਰ ਬੈਂਕ ਨੇ ਕਹਿਣਾ ਵੀ ਯੈਸ, ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਅਮਾਊਂਟਾਈਜੇਸ਼ਨ ਐਕਸਟੈਂਡ ਕੀਤੀ ਜਾਵੇ, ਦੈਨ ਯੂ ਨੀਡ ਟੂ ਡੂ ਦ ਰੀ-ਐਪਲੀਕੇਸ਼ਨ ਵਿਦ ਦ ਮੌਰਗੇਜ। ਓਕੇ, ਕੁਆਲੀਫਾਈ ਕਰੋ, ਐਵਰੀਥਿੰਗ ਕਰੋ। ਓਕੇ, ਤੇ ਇੱਕ ਕੁਐਸਚਨ ਹੈਗਾ ਜੀ, ਜਿਹੜੀ ਫਿਕਸਡ ਰੇਟ ਹੈਗਾ ਉਹ ਵੀ 2 ਤਰ੍ਹਾਂ ਦਾ ਹੁੰਦਾ ਹੈ? ਨਹੀਂ ਜੀ, ਫਿਕਸ ਰੇਟ ਮੋਸਟਲੀ ਜੀ ਆਪਣਾ ਫਿਕਸ ਤੇ ਹੀ ਚੱਲਦਾ ਆ। ਤੇ ਮਨੋਜ ਹੋਣਾ ਦਾ ਕੁਐਸਚਨ ਹੈਗਾ, ਉਹ ਕਹਿੰਦੇ ਆ ਕਿ 1 ਮਿਲੀਅਨ ਤੋਂ ਉੱਪਰ ਜਿਹੜਾ ਘਰ ਲਿਸਟ ਹੋਇਆ ਵਾ ਹੋਵੇ ਤਾਂ ਉਹਦੇ ਲਈ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ? 20% ਜੀ। 20%। ਹੁਣ ਗੱਲ ਕਰਦੇ ਹਾਂ ਸੋਲੂਸ਼ਨ ਦੀ। ਇਹਨਾਂ ਚੀਜ਼ਾਂ ਦੇ ਸੋਲੂਸ਼ਨਸ ਕਿਸ ਪਾਸੇ ਨੂੰ ਵੇਖਦੇ ਹੋ? ਇਹਦੇ ਵਿੱਚ ਇਹ ਆਂਦਾ ਭਾਜੀ, ਜਿਹੜਾ ਤਾਂ ਕੁਆਲੀਫਾਈ ਕਰਦਾ ਉਹ ਤਾਂ ਅੱਜ ਕਰ ਲੈ ਲਵੇ, ਚਾਹੇ ਲੈ ਲਵੇ ਕੱਲ, ਦੇ ਡੋਂਟ ਹੈਵ ਐਨੀ ਇਸ਼ੂ। ਜਿਹੜਾ ਕੁਆਲੀਫਾਈ ਕਰਦਾ, ਹੁਣ ਪ੍ਰੋਬਲਮ ਇਹ ਆ ਜੀ, ਇਹਦੇ ਵਿੱਚ ਜੇ 10 ਜਾਣੇ ਖੜੇ ਕਰੀਏ ਤਾਂ 9 ਜਾਣੇ ਉਹ 'ਚ ਕੁਆਲੀਫਾਈ ਨਹੀਂ ਕਰਦੇ। ਤੇ ਉਹ ਕੁਆਲੀਫਾਈ ਕਿਹੜੇ ਨਹੀਂ ਕਰਦੇ? ਜਿਨ੍ਹਾਂ ਨੇ 1 ਤੋਂ ਜਾਂ 2 ਤੋਂ ਵੱਧ ਪ੍ਰੋਪਰਟੀਜ਼ ਲਈਆਂ ਹੋਈਆਂ ਨੇ। ਤੇ ਜਦੋਂ ਤੁਸੀਂ 2 ਤੋਂ ਵੱਧ ਜਾਂ 3, 4, 5 ਪ੍ਰੋਪਰਟੀਆਂ 'ਚ ਆ ਜਾਂਦੀਆਂ, ਦੈਨ ਥੋੜੀ ਜਿਹੜੀ ਫਾਈਲ ਆ ਜੀ, ਉਹ ਪਰਚੇਜ਼ ਫਾਈਲ ਨਹੀਂ ਗਿਣੀ ਜਾਂਦੀ, ਯੂਅਰ ਪੋਰਟਫੋਲੀਓ ਫਾਈਲ। ਪੋਰਟਫੋਲੀਓ ਫਾਈਲ ਇਨ ਦਾ ਸੈਂਸ ਯੂ ਆਰ ਅ ਬਿਜ਼ਨਸਮੈਨ ਔਰ ਵੂਮੈਨ ਜੀ। ਤੇ ਜਦੋਂ ਬਿਜ਼ਨਸਮੈਨ ਔਰ ਵੂਮੈਨ ਦੇ ਵਿੱਚ ਆਪਾਂ ਆ ਜਾਂਦੇ ਹਾਂ ਜੀ, ਫਿਰ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਆਪਾਂ ਬਿਜ਼ਨਸ ਸ਼ੁਰੂ ਕਰਦੇ ਹਾਂ, ਉਹਦੇ ਵਿੱਚ ਜੀ ਲਾਸ ਵੀ ਹੁੰਦਾ, ਪ੍ਰੋਫਿਟ ਵੀ ਹੁੰਦਾ, ਸਮਾਂ ਹੁੰਦਾ ਆ ਵੀ ਹਾਂ ਸਟਾਰਟ ਕੀਤਾ, ਆਹ ਸਮਾਂ ਸਾਨੂੰ ਕੱਢਣਾ ਪੈਣਾ। ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਜੀ ਅਸੀਂ ਤਾਂ ਫਸ ਗਏ, ਦਿਸ ਐਂਡ ਦੈਟ, ਇਹ ਵੋ, ਰਾਈਟ, ਕਿਉਂਕਿ ਬਿਜ਼ਨਸ ਅਸੀਂ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ। ਸੋ ਹੁਣ ਇਹ ਬਿਜ਼ਨਸ ਹੀ ਆ ਜੀ। ਹੁਣ ਇਹ ਬਿਜ਼ਨਸ ਦੇ ਵਿੱਚ ਇਹ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ, ਕਿਸੇ ਨੂੰ ਡਬਲ ਆਰਡਰ ਨਹੀਂ ਦੇ ਸਕਦੇ ਹੈਗੇ ਜੀ, ਸਾਨੂੰ RBC ਤੋਂ ਕਰਾ ਦਿਓ, ਸਾਨੂੰ TD ਤੋਂ ਕਰਾ ਦਿਓ ਜੀ, ਸਾਨੂੰ ਇੱਥੋਂ ਕਰਾ ਦਿਓ, ਸਾਨੂੰ ਉੱਥੋਂ ਕਰਾ ਦਿਓ। ਇਟਸ ਡਿਪੈਂਡ ਕਿ ਤੁਸੀਂ ਕੁਆਲੀਫਾਈ ਕਿੱਥੇ ਕਰਦੇ ਆ ਜੀ। ਬਿਲਕੁਲ ਠੀਕ ਹੈ ਨਾ। ਕੁਆਲੀਫਾਈ ਇਨ ਦਾ ਸੈਂਸ ਹੁਣ ਜੀ ਇਹ ਕਹਿ ਲਓ ਵੀ ਆਰ ਨਾਟ ਬਾਇੰਗ ਅ ਬੈਗ ਆਫ ਪੋਟੇਟੋ, ਇਟਸ 100,000 ਇਨਵੈਸਟਮੈਂਟ। ਮਿਲੀਅਨ ਤੋਂ ਥੱਲੇ ਤਾਂ ਜੀ ਇਸ ਟਾਈਮ ਕਿਸੇ ਦੀ ਮੌਰਗੇਜ ਹੀ ਨਹੀਂ ਹੁੰਦੀ ਹੈਗੀ।
ਤੇ ਜਦੋਂ ਮੌਰਗੇਜ ਮਿਲੀਅਨ ਤੋਂ ਉੱਤੇ ਹੋਣੀ ਆ ਜੀ, ਫਿਰ ਰੇਟ, ਫੀਸ ਸਭ ਕੁਝ ਤੁਹਾਨੂੰ ਕੰਸੀਡਰ ਹੋਣਾ, ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਐਕਸਪਲੇਨ ਕੀਤਾ ਵੀ ਇਸ ਟਾਈਮ ਜਿਹੜੀਆਂ ਤੁਹਾਡੀਆਂ ਮੌਰਗੇਜਸ ਨੇ ਮੋਸਟ ਆਫ ਦਾ ਟਾਈਮ ਐਜ਼ ਅ ਸੋਲੂਸ਼ਨ ਬੇਸ ਨੂੰ ਮੂਵ ਹੋ ਰਹੀਆਂ ਨੇ। ਸੋਲੂਸ਼ਨ ਬੇਸ ਇਨ ਦਾ ਸੈਂਸ ਲੈਂਡਰ ਸੀ, ਜੋ ਕਿ ਮਿਕ ਕਾਰਪੋਰੇਸ਼ਨਸ ਹੁੰਦੀਆਂ ਨੇਗੀਆਂ, ਪ੍ਰਾਈਵੇਟ ਸਾਈਡ ਤੇ ਹੁੰਦੀਆਂ ਨੇ। ਬਟ ਕਿਤੇ ਨਾ ਕਿਤੇ ਕਲਾਇੰਟ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਆ ਵੀ ਜੇ ਤੁਸੀਂ ਲੱਖਾਂ 'ਚ ਪ੍ਰੋਫਿਟ ਬਣਾ ਰਹੇ ਹੋ ਤਾਂ ਹਜ਼ਾਰਾਂ ਦੇ ਵਿੱਚ ਖਰਚਣਾ ਵੀ ਪੈਣਾ ਆ, ਕਿਉਂਕਿ ਆਪਾਂ ਸਿਚੁਏਸ਼ਨ 'ਚ ਆ ਗਏ ਹਾਂ। ਠੀਕ ਹੈ ਜੀ। ਹੁਣ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦੀ ਵੀ ਇਸ ਟਾਈਮ ਸਾਨੂੰ ਖੁਦ ਐਜ਼ ਅ ਮੌਰਗੇਜ ਬ੍ਰੋਕਰ ਜੀ ਇਹੋ ਜਿਹੇ ਚੈਲੰਜਸ ਅਸੀਂ ਸੋਚਦੇ ਹਾਂ ਵੀ ਇਹ ਚੀਜ਼ ਵੀ ਹੋ ਸਕਦੀ ਆ। ਹੁਣ ਰੀਸੈਂਟਲੀ ਜੀ ਮੇਰੇ ਕਲਾਇੰਟ ਆ, ਉਹਨਾਂ ਨੇ ਘਰ ਬੁੱਕ ਕਰਾਇਆ, ਦੇ ਆਰ ਵੈਰੀ ਗੁੱਡ, ਵੈਲਥੀ, ਐਵਰੀਥਿੰਗ ਰਾਈਟ। ਕੋਈ ਅੱਜ ਦੇ ਸਮੇਂ 'ਚ ਜੇ ਮੈਂ ਕਹਾਂ ਵੀ ਸੈਟਲ ਹੁੰਦਾ ਆ, ਤੇ ਉਹਨਾਂ ਨੇ ਆਏ ਜੀ, ਉਹਨਾਂ ਦੇ ਕੋਲੋਂ ਪ੍ਰੀ ਅਪਰੂਵਲ ਮੰਗੀ ਗਈ ਦੁਬਾਰਾ ਜੀ, ਬਿਲਡਰ ਨੇ ਦੁਬਾਰਾ ਜੀ ਪ੍ਰੀ ਅਪਰੂਵਲ ਮੰਗੀ ਉਹਨਾਂ ਦੇ ਕੋਲੋਂ। ਸਭ ਕੁਝ ਹੋ ਗਿਆ, ਜਦੋਂ 2-3 ਮਹੀਨੇ ਰਹਿ ਗਏ ਕਲੋਜ਼ਿੰਗ 'ਚੋਂ, ਕਹਿੰਦੇ ਸਾਨੂੰ ਪ੍ਰੀ ਅਪਰੂਵਲ ਦੁਬਾਰਾ ਜੀ ਲਓ, ਵੀ ਆਰ ਨਾਟ ਸੈਟਿਸਫਾਈਡ ਵਿਦ ਦ ਫਸਟ ਪ੍ਰੀ ਅਪਰੂਵਲ। ਜਦ ਕਿ ਇੱਥੇ ਕੁਐਸਚਨ ਇਹ ਆਉਂਦਾ ਵੀ ਜਦੋਂ ਤੁਸੀਂ ਪਹਿਲਾਂ ਲਈ ਸੀ ਤੁਸੀਂ ਉਦੋਂ ਕਿਵੇਂ ਸੈਟਿਸਫਾਈ ਹੋ ਗਏ ਜੇ ਤੁਸੀਂ ਹੁਣ ਕਹਿ ਰਹੇ ਹੋ ਵੀ ਅਸੀਂ ਸੈਟਿਸਫਾਈ ਨਹੀਂ ਹੈਗੇ। ਚਲੋ ਦਿਸ ਐਂਡ ਦੈਟ ਕਲਾਇੰਟ ਕਹਿੰਦਾ ਵੀ ਮੈਂ ਲਖਵੀਰ ਬੈਸਟ ਨਹੀਂ ਜਾਣਾ ਹੈਗਾ, ਟੈਲ ਮੀ ਦਾ ਸੋਲੂਸ਼ਨ। ਸੋ ਹੁਣ ਉਹਨਾਂ ਦੇ ਕੋਲ ਜੀ ਪੈਸੇ ਕੈਸ਼ ਪਏ ਸੀ, 7.5 ਲੱਖ ਉਹਨਾਂ ਦੇ ਕੋਲ ਕੈਸ਼ ਪਿਆ ਸੀ। ਇੱਕ ਉਹਨਾਂ ਦੀ ਔਕਵਿਲ 'ਚ ਪ੍ਰੋਪਰਟੀ ਸੀ, ਉਹਦੇ 'ਚ 4.5 ਲੱਖ ਦੀ ਐਕੁਇਟੀ ਸੀ। ਸੋ ਉਹਨਾਂ ਨੇ ਆਪਣੇ ਬਿਲਡਰ ਨੂੰ ਕਿਹਾ ਵੀ ਮੈਂ ਮੌਰਗੇਜ ਲੈਣੀ ਹੋਈ ਨਹੀਂ ਹੈਗੀ, ਆਮ ਗੋਨਾ ਟੇਕ ਦੈਟ ਪ੍ਰੋਪਰਟੀ ਐਜ਼ ਅ ਕੈਸ਼। ਠੀਕ ਹੈ ਜੀ। ਚਲੋ ਜੀ 2 ਮਹੀਨੇ ਮੈਨੂੰ ਲੱਗਦਾ ਸ਼ਾਇਦ 6 ਮਹੀਨੇ ਹੋ ਗਏ। ਹੁਣ ਰੀਸੈਂਟਲੀ ਉਹਨਾਂ ਨੂੰ ਫੇਰ ਲੈਟਰ ਕੱਢੀ ਬਿਲਡਰ ਨੇ। ਤੁਸੀਂ ਦੇਖੋ ਵੀ ਬਿਲਡਰ ਦਾ ਮਾਈਂਡ ਦੇਖੋ ਕਿੱਥੇ ਆ। ਸੈਟ ਕੈਥਰੀਨ ਦੇ ਵਿੱਚ ਪ੍ਰੋਪਰਟੀ ਹੈ ਜੀ ਉਹ। ਬਿਲਡਰ ਕਹਿੰਦਾ ਵੀ ਵੀ ਅੰਡਰਸਟੈਂਡ ਤੁਸੀਂ ਕੈਸ਼ ਬਾਏ ਕਰਨੇ ਆ, ਪਰ ਸਾਨੂੰ ਤਾਂ ਵੀ ਪ੍ਰੀ ਅਪਰੂਵਲ ਚਾਹੀਦੀ ਆ। ਹੁਣ ਮੈਨੂੰ ਦੱਸੋ ਵੀ ਜੇ ਬੰਦਾ ਕਹਿ ਰਿਹਾ ਵੀ ਮੈਂ ਲੈਣੀ ਹੈ ਪ੍ਰੋਪਰਟੀ ਕੈਸ਼ ਦੇ ਵਿੱਚ ਆ, ਫਿਰ ਇਹ ਤਾਂ ਜ਼ਬਰਦਸਤੀ ਵਾਲਾ ਕੰਮ ਹੋ ਗਿਆ ਨਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਜੀ ਨਾਓ ਯੂ ਨੀਡ ਟੂ ਇਨਵੋਲਵ ਯੂਰ ਲਾਇਰ, ਕਿਉਂਕਿ ਨਾਓ ਇਟਸ ਗੋਇੰਗ ਆਊਟ ਆਫ ਦ ਐਥੀਕਲ ਥਿੰਗ। ਜਦ ਤੁਸੀਂ ਕਹਿ ਰਹੇ ਵੀ ਮੈਂ ਤਾਂ ਮੌਰਗੇਜ ਲੈਣੀ ਨਹੀਂ, ਸਾਨੂੰ ਜ਼ਬਰਦਸਤੀ ਮੌਰਗੇਜ ਕਿਉਂ ਦਵਾਈ ਜਾ ਰਹੀ ਹੈ? ਮੈਂ ਕਿਉਂ ਤੁਹਾਨੂੰ ਪ੍ਰੀ ਅਪਰੂਵਲ ਦੇਵਾਂ ਜਦ ਮੇਰੇ ਕੋਲ ਖੁਦ ਮੇਰੇ ਪੈਸੇ ਪਏ ਆ, ਐਂਡ ਇਟਸ ਅ ਲਿਕੁਇਡ ਕੈਸ਼। ਤੇ ਇਹ ਚੀਜ਼ਾਂ ਜੀ ਇਸ ਟਾਈਮ ਦੇਖਣ ਨੂੰ ਮਿਲਦੀਆਂ ਨੇ। ਹੁਣ ਬੰਦਾ ਕਹਿੰਦਾ ਜੀ ਮੋਸਟਲੀ ਜੇ ਮੈਂ ਕਹਾਂ ਜੀ ਇਸ ਟਾਈਮ ਕਲਾਇੰਟ ਨੂੰ ਥੋੜ੍ਹਾ ਜਿਹਾ ਸੁਚੇਤ ਜਾਂ ਸਮਾਰਟ ਹੋਣਾ ਪੈਣਾ ਜੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਨੋਬਡੀ ਨੋਜ਼ ਐਨੀਥਿੰਗ ਐਨੀ ਮੋਰ। ਠੀਕ ਹੈ ਜੀ। ਤੁਸੀਂ ਜਦੋਂ ਆਪਾਂ ਕਿਤੇ ਵੀ ਜਾਂਦੇ ਹਾਂ ਜੀ, ਫਲਾਇਰ 'ਤੇ ਆਪਾਂ ਜਾਂਦੇ ਹਾਂ ਜੀ, ਇੱਥੋਂ $1 ਬਚ ਜਾਵੇ, ਇੱਥੋਂ ਸੈਂਟ ਬਚ ਜਾਣ, ਪਰ ਜਦੋਂ ਲੱਖਾਂ ਦੀ ਇਨਵੈਸਟਮੈਂਟ ਕੀਤੀ ਜਾਂਦੀ ਹੈ ਉਦੋਂ ਆਪਾਂ ਸ਼ੌਪ ਅਰਾਊਂਡ ਨਹੀਂ ਕਰਦੇ। ਠੀਕ ਹੈ ਜੀ। ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਸ ਟਾਈਮ ਜਿਵੇਂ ਮੈਂ ਦੱਸਿਆ ਵੀ ਸੇਲਸ ਲੱਗਦੀਆਂ ਨੇ, ਤੁਹਾਡੇ ਜਿਹੜੇ ਮੌਰਗੇਜ ਉਹ ਵੀ ਕਸਟਮ ਮੇਡ ਹੋ ਸਕਦੀਆਂ ਨੇ। ਸਾਨੂੰ ਸਿਰਫ 6 ਮਹੀਨੇ ਦੀ ਸੋਲੂਸ਼ਨ ਚਾਹੀਦਾ, 6 ਮਹੀਨੇ ਲਈ ਮਿਲਦਾ। ਸਾਨੂੰ ਸਿਰਫ ਇਹਦੇ ਲਈ ਸੋਲੂਸ਼ਨ ਚਾਹੀਦਾ, ਉਹ ਚੀਜ਼ਾਂ ਮਿਲਦੀਆਂ ਨੇ, ਬਟ ਯੂ ਨੀਡ ਟੂ ਸਿਟ। ਜੇ ਤੁਸੀਂ ਕੁਆਲਿਟੀ ਆਊਟਕਮ ਲੈਣੀ ਹੈ ਤਾਂ ਕੁਆਲਿਟੀ ਟਾਈਮ ਵੀ ਕੱਢਣਾ ਪੈਣਾ ਆ। ਬਿਲਕੁਲ। ਇਹ ਨਹੀਂ ਹੈਗਾ ਵੀ ਇੱਕ ਪੈਰ ਆਪਣਾ ਸੜਕ ਤੇ ਹੋਵੇ ਤੇ ਇੱਕ ਪੈਰ ਆਫਿਸ 'ਚ ਹੋਵੇ, ਨਹੀਂ ਜੀ ਫਟਾਫਟ ਦੱਸ ਦਿਓ। ਨੋ, ਇਟਸ ਨਾਟ ਗੋਨਾ ਵਰਕ ਲਾਈਕ ਦੈਟ। ਕਹਿ ਲਓ ਘਰ ਕਿਹਨੇ ਲਿਆ? ਕਲਾਇੰਟ ਨੇ ਲਿਆ। ਪੇਮੈਂਟ ਕਿਹਨੇ ਦੇਣੀ ਹੈ? ਕਲਾਇੰਟ ਨੇ ਦੇਣੀ ਹੈ। ਮੌਰਗੇਜ ਕਿਹਨੇ ਅਰੇਂਜ ਕਰਾਉਣੀ ਹੈ? ਕਲਾਇੰਟ ਨੇ। ਕਲੋਜ਼ਿੰਗ ਕਿਹਨੇ ਕਰਾਉਣੀ ਹੈ? ਕਲਾਇੰਟ ਨੇ। ਕੱਲ੍ਹ ਨੂੰ ਡਿਫਾਲਟ ਹੋ ਗਿਆ, ਪ੍ਰੋਬਲਮ 'ਚ ਕਿਹਨੇ ਆਉਣਾ? ਕਲਾਇੰਟ ਨੇ। ਸੋ ਦੇ ਨੀਡ ਟੂ ਥਿੰਕ ਅਬਾਊਟ ਇਟ, ਕਿਉਂਕਿ ਇਸ ਟਾਈਮ ਆਪਾਂ ਸਿਚੁਏਸ਼ਨ 'ਚ ਬੈਠੇ ਹਾਂ। ਹੁਣ ਆਪਾਂ ਕਹਿ ਦਿੰਦੇ ਹਾਂ ਜੀ ਰਿਆਲਟਰ ਮਾੜਾ, ਮੌਰਗੇਜ ਵਾਲਾ ਮਾੜਾ ਜੀ, ਗੌਰਮੈਂਟ ਮਾੜੀ, ਪਰ ਗੌਰਮੈਂਟ ਨੂੰ ਖੜਾ ਕਿਹਨੇ ਕੀਤਾ? ਕਲਾਇੰਟ ਨੇ। ਰਿਆਲਟਰ ਹਾਇਰ ਕਿਹਨੇ ਕੀਤਾ? ਕਲਾਇੰਟ ਨੇ। ਸੋ ਕਹਿ ਲਓ ਵੀ ਤੁਹਾਨੂੰ ਵੀ ਨਾਲ ਸੁਚੇਤ ਹੋਣਾ ਪੈਣਾ ਆ। ਦੋਸਤੋ ਬਿਲਕੁਲ ਆ ਜਿਹੜੀ ਇਹਨਾਂ ਨੇ ਗੱਲ ਕਹੀ ਲਖਵੀਰ ਜੀ ਨੇ, ਇਹ ਉਹੀ ਗੱਲ ਸਮਝ ਲਓ ਆਪਾਂ ਜਿੱਥੋਂ ਸ਼ੁਰੂ ਕੀਤਾ ਸੀ ਆਪਾਂ ਉੱਥੇ ਆ ਗਏ ਹਾਂ ਕਿ ਜਾਣਕਾਰੀ, ਸੁਚੇਤ ਅਸੀਂ ਜਾਣਕਾਰੀ ਦੇ ਨਾਲ ਹੋਵਾਂਗੇ। ਜਿੰਨੀ ਇਨਫੋਰਮੇਸ਼ਨ ਸਾਡੇ ਕੋਲੇ ਹੋਊਗੀ ਉਨੀ ਹੀ ਅਸੀਂ ਸੁਚੇਤ ਹੋਵਾਂਗੇ। ਤੁਹਾਡੇ ਸਵਾਲ ਜਿਹੜੇ ਹੈਗੇ ਆ ਹਲੇ ਆਨਸਰ ਕਰਨ ਵਾਲੇ ਰਹਿ ਚੁੱਕੇ ਆ, ਅਤੇ ਲੇਕਿਨ ਸਮਾਂ ਜਿਹੜਾ ਹੈਗਾ ਉਹ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਇਸ ਇੰਟਰਵਿਊ ਨੂੰ ਹੋਰ ਅੱਗੇ ਵਧਾ ਸਕਾਂ। ਲਖਵੀਰ ਜੀ, ਜੇ ਤੁਹਾਡੇ ਨਾਲ ਕਿਸੇ ਨੇ ਸਲਾਹ ਮਸ਼ਵਰਾ ਕਰਨਾ ਹੋਵੇ, ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਸਵਾਲ ਹਲੇ ਵੀ ਮੈਨੂੰ ਸਕਰੀਨ 'ਤੇ ਦਿਖ ਰਹੇ ਆ, ਜਿਨ੍ਹਾਂ ਤੋਂ ਮੈਂ ਮਾफ़ੀ ਮੰਗਦਾ ਹੋਇਆ, ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਨਾਲ ਕੰਟੈਕਟ ਕਰਨ ਦਾ ਕੋਈ ਜ਼ਰੀਆ ਕਿਵੇਂ ਤੁਹਾਨੂੰ ਇਹ ਸੰਪਰਕ ਕਰ ਸਕਦੇ ਆ? ਹਾਂਜੀ ਭਾਜੀ, ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਆ। ਫ੍ਰੀ ਕੰਸਲਟੇਸ਼ਨ ਆ ਭਾਜੀ, ਮੈਂ ਵੀ ਆਰ ਨਾਟ ਚਾਰਜਿੰਗ ਐਨੀਥਿੰਗ। ਅਤੇ ਮੇਰਾ ਫ਼ੋਨ ਨੰਬਰ ਹੈਗਾ ਜੀ 647 273 7006 6472737006। ਜੀ ਦੋਸਤੋ, ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਦੀ ਵੈਬਸਾਈਟ lalmortgages.com ਦੇ ਉੱਤੇ ਜੇ ਤੁਸੀਂ ਸਰਚ ਕਰੋਗੇ ਤਾਂ ਸਿੱਧਾ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਵੈਬਸਾਈਟ 'ਤੇ ਪਹੁੰਚ ਜਾਓਗੇ। ਇਹਨਾਂ ਦੀ ਸੰਪਰਕ ਇਨਫੋਰਮੇਸ਼ਨ ਜਿਹੜੀ ਹੈਗੀ ਆ ਉੱਥੇ ਵੀ ਸਾਰੀ ਹੈ। 647 273 7006 647273 7006 ਦੇ ਉੱਤੇ ਤੁਸੀਂ ਲਖਵੀਰ ਲਾਲ ਹੋਣਾ ਦੇ ਨਾਲ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆ ਫ੍ਰੀ ਆਫ ਕਾਸਟ ਲੈ ਸਕਦੇ ਹੋ। ਇਹਦੇ ਕੋਈ ਚਾਰਜਿਸ ਨਹੀਂ ਹੈ, ਕੰਸਲਟੇਸ਼ਨ ਫ੍ਰੀ ਦੇ ਰਿਹਾ। ਉਹਨਾਂ ਨੇ ਰੈਡ FM ਤੇ ਬੈਠ ਕੇ ਇਸ ਚੀਜ਼ ਨੂੰ ਤੁਹਾਡੇ ਨਾਲ ਪ੍ਰੋਮਿਸ ਕੀਤਾ। ਯੈਸ ਲਖਵੀਰ ਜੀ, ਤੁਸੀਂ ਆਪਣੇ ਬਿਜ਼ੀ ਸਕੈਜੂਅਲ ਦੇ ਵਿੱਚੋਂ ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਗੱਲਾਂ ਬਹੁਤ ਨੇ ਕਰਨ ਵਾਲੀਆਂ, ਵਿਸ਼ਾ ਬੜਾ ਲੰਬਾ ਹੈ। ਫਿਰ ਕਿਸੇ ਦਿਨ ਬਾਕੀ ਦੇ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਲਵਾਂਗੇ। ਡੈਫੀਨੇਟਲੀ ਜੀ, ਡੈਫੀਨੇਟਲੀ, ਐਨੀ ਟਾਈਮ ਜੀ।